सतनाम वाहिगुरु साहिब जीओ। अनद सुनहो वड भागी हो, सगल मनोरथ पूरे। पार ब्रह्म प्रभ पाया, उतरे सगल विसूरे। अनद सुनहो वड भागी हो, सगल मनोरथ पूरे। पार ब्रह्म प्रभ पाया, उतरे सगल विसूरे। दुख रोग संताप उतरे, सुनी सच्ची बाणी। संत साजन भय सरसे, पूरे गुर ते जानी। सुनते पुनीत कहते पवित, सतगुर रहया भरपूरे। बिनवंत नानक गुर चरण लागे, वाजे अनहद तूरे। सुनते पुनीत कहते पवित, सतगुर रहया भरपूरे। बिनवंत नानक गुर चरण लागे, वाजे अनहद तूरे। वाहिगुरु जी का खालसा, वाहिगुरु जी की फतेह। सतगुरु सच्चे पातशाह धन गुरु ग्रंथ साहिब जी दे चरना कमलों विच सुभाएमान गुरु रूप साध संगत जी शाम दे दीवान विच हाजरी भर के आप जी जीवन सफल कर रहे हो। गुरु अमरदास महाराज जी दे पवित्र बचन राम कली राग विच आनंद साहिब बाणी विच निरंतर सतगुरां ने कृपा कीती। आप जी लगातार इस बाणी दे अर्थ भाव हर रोज सरवण करते आ रहे हो। अज अखीरली पौड़ी 40 नंबर 40वीं पौड़ी दा आप जी ने गुरु कृपा द्वारा पाठ सरवण कीता है। गुरु अमरदास जी ने आनंद भया तो गल शुरू की ते आनंद सुनो ते समाप्ति कीती है। पहली पौड़ी विच आनंद भया है। आनंद भया दा मतलब आनंद प्रगट होण लग पिया। अज दे बचन विच आनंद सुनहो वड भागी हो। आनंद सुनन दा इथे भाव की है? ये शब्द अनंद है उचारण दे तौर ते। आम तौर ते नूं आनंद पढ़िया जांदा है, पर शब्द अनंद है। ये किस बाणी दी सुनन दी सतगुरु व्याख्या कर रहे हैं। ये ठीक है कि बाणी अखरां दे रूप अंदर धन गुरु ग्रंथ साहिब जी की पवित्र बाणी आनंद दा सोमा है। इस बाणी दे सुनन नाल, इस बाणी दे पढ़न नाल और इस बाणी नूं विचारन दे नाल मनुख
ਇਸ ਫਰਸ਼ ਤੋਂ ਉਡਾਰੀ ਲਾ ਕੇ ਅਰਸ਼ ਤੇ ਚਲਾ ਜਾਂਦਾ ਹੈ। ਬੜੀ ਉੱਚੀ ਅਵਸਥਾ ਬਾਣੀ ਵਿੱਚ ਹੈ ਔਰ ਇਹਦੇ ਨਾਲ ਸੁਰਤ ਜੋੜਨ ਦੇ ਵਿੱਚ ਬਹੁਤ ਵੱਡਾ ਇੱਕ ਮਹਾਤਮ ਦੱਸਿਆ ਗਿਆ। ਰੱਬ ਦੇ ਘਰ ਵਿੱਚੋਂ ਆਈ ਹੋਈ ਬਾਣੀ ਉਹਦੇ ਨਾਲ ਸੁਰਤ ਜੋੜੀ ਜਾਏ ਤੇ ਕੁਦਰਤੀ ਤੌਰ ਤੇ ਉਹ ਉਸ ਦੇਸ਼ ਵਿੱਚ ਮਨੁੱਖ ਨੂੰ ਖਿੱਚ ਕੇ ਲੈ ਜਾਏ। ਇਹ ਬੜਾ ਸੌਖਾ ਰਸਤਾ ਗੁਰੂ ਸਾਹਿਬ ਨੇ ਦਰਸਾਇਆ। ਕਈ ਢੰਗ ਤਰੀਕੇ ਨੇ ਸੰਸਾਰ ਵਿੱਚ ਉਸ ਰੱਬ ਦੇ ਚਰਨਾਂ ਨਾਲ ਜੁੜਨ ਵਾਸਤੇ ਕਈ ਤਰੀਕੇ ਦੱਸੇ ਗਏ, ਪਰ ਬਾਣੀ ਇੱਕ ਇਸ ਤਰ੍ਹਾਂ ਦੀ ਦਾਤ ਸਤਿਗੁਰਾਂ ਨੇ ਜਗਤ ਵਿੱਚ ਸੰਸਾਰ ਦੇ ਉਧਾਰ ਵਾਸਤੇ ਬਖਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਬੜੇ ਪਿਆਰੇ ਬਚਨ ਆਉਂਦੇ ਨੇ ਕਿ ਜੋ ਸਿੱਖ ਗੁਰਬਾਣੀ ਭੈ ਕਰੈ। ਇਹ ਬੜੇ ਪਿਆਰੇ ਬਚਨ ਨੇ। ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੈ। ਹੋਰ ਕੋਈ ਪ੍ਰਯਾਸ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ, ਸਿਰਫ ਬਾਣੀ ਦਾ ਭੈ। ਇੱਕ ਆਮ ਆਦਮੀ ਵਾਸਤੇ ਬੜਾ ਸਿੱਧਾ ਰਸਤਾ ਹੈ। ਉਪਦੇਸ਼ ਤਾਂ ਸਾਰੇ ਹੀ ਠੀਕ ਨੇ ਜਗਤ ਵਿੱਚ, ਪਰ ਸਭ ਤੋਂ ਚੰਗਾ ਉਪਦੇਸ਼ ਉਹ ਹੈ ਜਿਹੜਾ ਇੱਕ ਪੜ੍ਹੇ ਲਿਖੇ ਵਿਅਕਤੀ ਤੋਂ ਲੈ ਕੇ ਅਨਪੜ੍ਹ ਬੰਦੇ ਦੇ ਕੰਮ ਆ ਜਾਏ। ਉਪਦੇਸ਼ ਉਹ ਸਭ ਤੋਂ ਵਧੀਆ ਹੈ, ਮਹਿੰਗਾ ਹੈ, ਜਿਹੜਾ ਇੱਕ ਆਮ ਦਿਹਾੜੀਦਾਰ ਮਨੁੱਖ ਦੀ ਸਮਝ ਵਿੱਚ ਆ ਜਾਏ, ਉਹਦੇ ਜੀਵਨ ਨੂੰ ਵੀ ਰਸਤਾ ਮਿਲੇ ਔਰ ਇੱਕ ਪੜ੍ਹਿਆ ਹੋਇਆ ਉਹਨੂੰ ਵਰਤ ਕੇ ਉਹਦੀ ਖੋਜ ਕਰ ਸਕੇ। ਗੁਰਬਾਣੀ ਇੱਕ ਉਸ ਤਰ੍ਹਾਂ ਦੀ ਦਾਤ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਸਬੰਧ ਦੇ ਵਿੱਚ ਇੱਕ ਵਾਰੀ ਸਿੱਖਾਂ ਨੇ ਬਾਣੀ ਦੇ ਸਬੰਧ ਵਿੱਚ ਸਵਾਲ ਕੀਤਾ ਤੇ ਸਤਿਗੁਰਾਂ ਨੇ ਇੱਕ ਫਕੀਰ ਵੱਲੋਂ ਦਿੱਤਾ ਹੋਇਆ ਇੱਕ ਖੰਭ, ਜਿਹੜਾ ਹੁਮਾਂ ਪੰਛੀ ਦਾ ਖੰਭ ਸੀ, ਕੋਈ ਫਕੀਰ ਭੇਟ ਕਰਕੇ ਗਿਆ ਸੀ ਕਲਗੀਧਰ ਪਾਤਸ਼ਾਹ ਜੀ ਨੂੰ। ਉਹ ਖੰਭ ਜਿਹੜਾ ਹੈ ਆਕਾਸ਼ ਵਿੱਚ ਰਹਿਣ ਵਾਲੇ ਹੁਮਾਂ ਪੰਛੀ ਦਾ, ਜਿਹਦਾ ਇਹ ਇੱਕ ਮਨੌਤ ਤੇ ਸਚਾਈ ਕਹੀ ਗਈ ਕਿ ਇਹ ਪੰਛੀ ਆਕਾਸ਼ ਵਿੱਚ ਰਹਿੰਦਾ ਹੈ, ਆਕਾਸ਼ ਵਿੱਚ ਹੀ ਇਹਦਾ ਜਨਮ ਹੁੰਦਾ ਹੈ ਤੇ ਆਕਾਸ਼ ਵਿੱਚ ਇਹਦੀ ਮੌਤ ਹੁੰਦੀ ਹੈ, ਜ਼ਮੀਨ ਤੇ ਆਉਂਦਾ ਹੀ ਨਹੀਂ। ਕਿਸੇ ਦੇ ਹੱਥ ਵਿੱਚ ਉਹਦਾ ਖੰਭ ਆਇਆ ਤੇ ਉਹ ਖੰਭ ਦੇ ਵਿੱਚ ਵੀ ਉਹੀ ਗੁਣ ਸਨ ਵੀ ਆਕਾਸ਼ ਵੱਲ ਉੱਡਣਾ, ਜਿਵੇਂ ਹਰ ਇੱਕ ਚੀਜ਼ ਆਪਣੇ ਕੇਂਦਰ ਵੱਲ ਜਾਂਦੀ ਹੈ। ਸਤਿਗੁਰਾਂ ਨੇ ਉਹ ਖੰਭ, ਜਦੋਂ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਮਨੁੱਖ ਦੇ ਜੀਵਨ ਦਾ ਉਧਾਰ ਕਿਵੇਂ ਹੋਵੇ, ਪਰਮਾਤਮਾ ਨਾਲ ਕਿਵੇਂ ਜੁੜਿਆ ਜਾਏ, ਤੇ ਸਤਿਗੁਰਾਂ ਨੇ ਉਹ ਜਿਹੜਾ ਖੰਭ ਹੈ ਉਹ ਤੀਰ ਨਾਲ ਬੰਨ੍ਹ ਕੇ ਆਕਾਸ਼ ਵੱਲ ਚਲਾਇਆ। ਇਤਿਹਾਸ ਦੇ ਬਚਨ ਨੇ ਕਿ ਵਹਿੰਦਿਆਂ ਵਹਿੰਦਿਆਂ ਉਹ ਜਿਹੜਾ ਤੀਰ ਹੈ ਆਕਾਸ਼ ਵਿੱਚ ਦੂਰ ਅਲੋਪ ਹੋ ਗਿਆ, ਵਾਪਸ ਨਹੀਂ ਮੁੜਿਆ, ਜ਼ਮੀਨ ਤੇ ਨਹੀਂ ਡਿੱਗਾ। ਤੇ ਗੁਰੂ ਕੇ ਸਿੱਖਾਂ ਨੇ ਹੈਰਾਨਗੀ ਨਾਲ ਭਰ ਕੇ ਗੱਲ ਪੁੱਛੀ, ਮਹਾਰਾਜ ਇਹ ਕਿੱਧਰ ਚਲਾ ਗਿਆ? ਕਹਿਣ ਲੱਗੇ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਹੈ ਕਿ ਉਹਦੇ ਦੇਸ਼ ਤੱਕ ਕਿਵੇਂ ਜਾਇਆ ਜਾਏ। ਇਹ ਜਿਹੜਾ ਖੰਭ ਹੈ ਇਹ ਪ੍ਰਮਾਤਮਾ ਦੇ ਦੇਸ਼, ਇਹ ਆਕਾਸ਼ ਦੇ ਵਿੱਚ ਨਿਵਾਸੀ ਪੰਛੀ ਦਾ ਹੈ, ਤੇ ਜਦੋਂ ਅਸੀਂ ਤੀਰ ਨਾਲ ਬੰਨ੍ਹ ਕੇ ਚਲਾਇਆ ਇਹ ਤੀਰ ਨੂੰ ਆਪਣੇ ਨਾਲ ਆਕਾਸ਼ ਵਿੱਚ ਉਡਾ ਕੇ ਲੈ ਗਿਆ, ਉਸ ਦੁਨੀਆ ਵਿੱਚ ਤੀਰ ਨੂੰ ਨਾਲ ਲੈ ਗਿਆ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਇਸ ਖੰਭ ਵਾਲੀ ਸ਼ਕਤੀ ਹੈ। ਇਹ ਨਿਰੰਕਾਰ ਦੇ ਦੇਸ਼ ਵਿੱਚੋਂ ਆਈ, ਇਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਧੁਰ ਤੋਂ ਆਈ ਹੈ, ਕੇਂਦਰ ਵਿੱਚੋਂ ਆਈ ਹੈ, ਜਿਹਦੇ ਉੱਤੇ ਸਾਰਾ ਜੀਵਨ ਚੱਲ ਰਿਹਾ। ਜਿਹੜਾ ਮਨੁੱਖ ਇਸ ਸ਼ਬਦ ਨਾਲ ਜੁੜੇਗਾ ਉਹ ਕੇਂਦਰ ਤੱਕ ਚਲਾ ਜਾਏਗਾ, ਉਹ ਆਪਣੇ ਘਰ ਵਿੱਚ ਚਲਾ ਜਾਏਗਾ। ਮਨੁੱਖ ਦੇ ਘਰ ਵਿੱਚੋਂ ਪੈਦਾ ਹੋਈ। ਇਸ ਲਈ ਇਹ ਜਿਹੜੇ ਅੱਜ ਦੇ ਸ਼ਬਦ ਨੇ ਕਿ ਸੁਣੀ ਸੱਚੀ ਬਾਣੀ, ਇਹ ਕੋਈ ਇਸ ਤਰ੍ਹਾਂ ਦੀ ਬਾਣੀ ਮਨੁੱਖ ਦੇ ਸਰੀਰ ਦੇ ਅੰਦਰ ਮੰਨੀ ਗਈ ਹੈ, ਜਿਹਨੂੰ ਅਖੀਰ ਤੇ ਕਿਹਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਤੂਰੇ ਦਾ ਅਰਥ ਹੈ ਅਨਾਹਦ ਨਾਦ, ਜਿਹੜਾ ਬਿਨਾਂ ਵਜਾਉਣ ਤੋਂ ਵੱਜ ਰਿਹਾ ਹੈ।
ਸਾਰੇ ਬ੍ਰਹਿਮੰਡ ਦੇ ਵਿੱਚ ਮਨੁੱਖ ਦੇ ਸਰੀਰ ਦੇ ਅੰਦਰ ਇਹ ਠੀਕ ਹੈ ਕਿ ਜਿਸ ਮਨੁੱਖ ਦੇ ਕੋਲ ਕਿਸੇ ਦਾ ਕੰਨ ਖੁੱਲ ਜਾਏ, ਕਿਸੇ ਦੀ ਸੁਰਤ ਜਾਗ ਪਏ ਤੇ ਸੁਰਤੀ ਦੁਆਰਾ ਸੁਣੀ ਜਾ ਸਕਦੀ ਹੈ, ਕੰਨਾਂ ਦਾ ਵਿਸ਼ਾ ਨਹੀਂ ਹੈ। ਇਸ ਸਰੀਰ ਦੇ ਅੰਦਰ ਇੱਕ ਸੰਗੀਤ ਔਰ ਨਾਦ ਨੂੰ ਗੁਰਬਾਣੀ ਨੇ ਮੰਨਿਆ ਕਿ ਮਨੁੱਖ ਦੇ ਸਰੀਰ ਵਿੱਚ ਲਗਾਤਾਰ ਨਿਰੰਤਰ ਕੋਈ ਸੰਗੀਤ ਵੱਜਦਾ ਹੈ ਤੇ ਜਦੋਂ ਕੋਈ ਮਨੁੱਖ ਵਾਹਿਗੁਰੂ ਦੇ ਘਰ ਵੱਲ ਜਾਂਦਾ ਹੈ, ਰਸਤੇ ਵਿੱਚ ਇਹ ਨਾਦ, ਇਹ ਸੰਗੀਤ ਤੇ ਇਹ ਸਾਜ਼ ਉਹਨੂੰ ਸੁਣਨ ਨੂੰ ਮਿਲਦੇ ਨੇ। ਇਹ ਸਾਰੀ ਆਨੰਦ ਸਾਹਿਬ ਬਾਣੀ ਜਿਹੜੀ ਹੈ, ਜੇ ਸੱਚ ਪੁੱਛੋ ਤੇ ਇਹ ਉਸ ਨਾਦ ਦੇ ਦੁਆਲੇ ਹੀ ਘੁੰਮਦੀ ਹੈ ਜਿਹੜਾ ਮਨੁੱਖ ਦੇ ਜੀਵਨ ਵਿੱਚ ਅਨਾਹਦ ਨਾਦ ਵੱਜ ਰਿਹਾ, ਜਿਹਨੂੰ ਭਗਤ ਜੀ ਨੇ ਕਿਹਾ ਹੈ ਕਿ ਅਨਮੜਿਆ ਮੰਦਲ ਬਾਜੈ। ਮੇਰੇ ਅੰਦਰ ਕੋਈ ਇਸ ਤਰ੍ਹਾਂ ਦਾ ਢੋਲ ਵੱਜ ਰਿਹਾ ਜਿਹੜਾ ਮੜਿਆ ਹੋਇਆ ਨਹੀਂ ਹੈ, ਇਸ ਤਰ੍ਹਾਂ ਦਾ ਸੰਗੀਤ ਵੱਜ ਰਿਹਾ। ਬਿਨ ਸਾਵਨ ਗਨ ਹਰ ਗਾਜੈ, ਸੌਣ ਤੋਂ ਬਿਨਾਂ ਬੱਦਲ ਗੱਜ ਰਿਹਾ, ਕੋਈ ਆਵਾਜ਼ ਆ ਰਹੀ ਹੈ। ਪਰ ਇਹ ਆਵਾਜ਼ ਉਹਨਾਂ ਨੂੰ ਆਈ ਜਿਨ੍ਹਾਂ ਦੇ ਮਨ ਦੀ ਆਵਾਜ਼ ਬੰਦ ਹੋ ਗਈ। ਮਨ ਅੰਤਰ ਸਭ ਕੋਈ ਬੋਲੇ। ਹੁਣ ਮਨ ਵਿੱਚ ਸਾਡੀਆਂ ਆਪਣੀਆਂ ਵਿਚਾਰਾਂ, ਆਪਣਾ ਰੌਲਾ, ਆਪਣੇ ਬੋਲ ਕਬੋਲ ਜਿਹੜੇ ਕੰਨਾਂ ਰਾਹੀਂ ਸਾਡੇ ਅੰਦਰ ਗਏ ਨੇ, ਜਿੰਨਾ ਚਿਰ ਉਹ ਸਾਰੇ ਪਾਸ ਨਹੀਂ ਹੁੰਦੇ, ਨਿਕਲ ਨਹੀਂ ਜਾਂਦੇ, ਉਹਨਾਂ ਚਿਰ ਆਪਣੀ ਆਵਾਜ਼, ਇਹ ਜਿਹੜੀ ਅੱਜ ਸਤਿਗੁਰੂ ਕਹਿ ਰਹੇ ਨਾ ਅਨਹਦ ਨਾਦ, ਇਹ ਪਰਮਾਤਮਾ ਦੀ, ਇਹ ਆਤਮਾ ਦੀ ਤੇ ਮਨੁੱਖ ਦੀ ਆਪਣੀ ਆਵਾਜ਼ ਹੈ। ਆ ਬਾਕੀ ਆਵਾਜ਼ਾਂ ਜਿੰਨੀਆਂ ਨੇ ਸਾਡੀਆਂ ਨਹੀਂ ਹਨ। ਔਰ ਇਹ ਵੀ ਗੱਲ ਖਿਆਲ ਰੱਖਣ ਵਾਲੀ ਹੈ, ਆ ਜਿਹੜੀ ਅਸੀਂ ਬਾਣੀ ਬੋਲ ਰਹੇ ਹਾਂ, ਜਿੰਨੀਆਂ ਆਵਾਜ਼ਾਂ ਆ ਰਹੀਆਂ ਨੇ, ਇਹ ਸਾਰੀਆਂ ਉਸ ਅਨਹਦ ਨਾਦ ਦੀ ਹੀ ਇੱਕ ਬੰਤਰ ਨੇ, ਜਿਨ੍ਹਾਂ ਦਾ ਸ਼ਬਦ ਸਵਾਰਿਆ ਜਾਏ, ਜਿਨ੍ਹਾਂ ਦੀ ਆਵਾਜ਼ ਸਵਾਰੀ ਜਾਏ। ਕਿਉਂਕਿ ਮਨੁੱਖ ਹੈ ਹੀ ਸ਼ਬਦ ਦਾ ਸਰੂਪ। ਸਾਡਾ ਰੂਪ ਕੀ ਹੈ? ਸ਼ਬਦ ਕਰਕੇ ਹੀ ਅਸੀਂ ਸੰਸਾਰ ਵਿੱਚ। ਜੇ ਮਨੁੱਖ ਬੋਲੇ ਨਾ, ਬੋਲਣ ਤੋਂ ਬਿਨਾਂ ਮਨੁੱਖ ਹੈ ਹੀ ਨਹੀਂ ਹੈ। ਉਹ ਜੀਵਨ ਦੇ ਵਿੱਚ ਕਿਸੇ ਪਾਸੇ ਵਿਕਾਸ ਨਹੀਂ ਕਰ ਸਕਦਾ। ਹਰ ਇੱਕ ਮਨੁੱਖ ਦੀ ਆਪਣੀ ਆਵਾਜ਼ ਹੈ, ਆਪਣਾ ਉਹਦਾ ਜੀਵਨ ਦਾ ਨਾਦ ਹੈ, ਆਪਣਾ ਉਹਦੇ ਕੋਲ ਸੰਗੀਤ ਹੈ। ਪਰ ਸਾਡੇ ਵਿੱਚ ਸੰਗੀਤ ਕਿਉਂ ਨਹੀਂ ਵੱਜਦਾ? ਜਿਹਨੂੰ ਗੁਰੂ ਅਮਰਦਾਸ ਜੀ ਵਾਰ-ਵਾਰ ਕਹਿੰਦੇ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਪੰਜ ਤਰ੍ਹਾਂ ਦੇ ਵਾਜੇ, ਇਹ ਪੰਜ ਤਰ੍ਹਾਂ ਦੇ ਵਾਜੇ ਗੁਰੂ ਸਾਹਿਬ ਕਹਿ ਰਹੇ ਨੇ। ਕੋਈ ਅੰਦਰ ਦੇ ਸੰਗੀਤ ਨੇ, ਉਦਾਹਰਨਾਂ ਬਾਹਰੋਂ ਲੈਣੀਆਂ ਪਈਆਂ। ਕੀ ਸਾਡੇ ਵਿੱਚ ਵੱਜਦੇ ਨਹੀਂ? ਸਤਿਗੁਰੂ ਇਹਨੂੰ ਨਹੀਂ ਮੰਨਦੇ। ਉਹ ਕਹਿੰਦੇ ਨੇ ਹਰ ਇੱਕ ਦੇ ਜੀਵਨ ਵਿੱਚ ਵੱਜ ਰਹੇ ਨੇ। ਕੱਲ ਵੀ ਆਪ ਜੀ ਨੇ ਇਹ ਪੌੜੀ ਸਰਵਣ ਕੀਤੀ ਕਿ ਸਾਚਾ ਸੋਹਿਲਾ, ਸੋਹਿਲੇ ਦਾ ਅਰਥ ਹੈ ਗੀਤ। ਇਹ ਗੀਤ, ਇਹ ਸੋਹਿਲਾ ਸਾਰਿਆਂ ਦੇ ਅੰਦਰ ਵੱਜ ਰਿਹਾ। ਇੱਕ ਪੌੜੀ ਹੋਰ ਇਹਦੇ ਸੰਬੰਧ ਵਿੱਚ ਪਿੱਛੇ ਆਈ ਹੈ, ਜਿਹਦੇ ਵਿੱਚ ਇਹ ਵਰਣਨ ਕੀਤਾ ਗਿਆ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਸੋਹਿਲੇ ਦਾ ਅਰਥ ਹੈ ਗੀਤ। ਇਹ ਸ਼ਬਦ ਦਾ ਜਿਹੜਾ ਗੀਤ ਹੈ, ਇਹ ਗੁਰੂ ਨੇ ਸੁਣਾਇਆ ਤੇ ਬੜਾ ਸੁਹਾਵਣਾ ਹੈ, ਬੜਾ ਆਨੰਦ ਦੇਣ ਵਾਲਾ ਹੈ। ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇਹ ਬਾਕੀ ਸਾਰੀਆਂ ਪੰਕਤੀਆਂ ਸਪਸ਼ਟ ਕਰਦੀਆਂ ਨੇ ਬੰਦੇ ਦੇ ਜੀਵਨ ਦੇ ਅੰਦਰ ਕੋਈ ਸੰਗੀਤ, ਕੋਈ ਸਾਜ਼, ਕੋਈ ਵਾਜਾ ਹੈ। ਹਜ਼ੂਰ ਨੇ ਬਾਣੀ ਵਿੱਚ ਹੋਰ ਪਾਸੇ ਵੀ ਇਸ਼ਾਰਾ ਕੀਤਾ। ਭਗਤ ਜੀ ਕਹਿੰਦੇ ਨੇ, ਅਬ ਜੀ ਜਾਨ ਐਸੀ ਬਨ ਆਈ। ਹੁਣ ਮੇਰੇ ਮਨ ਵਿੱਚ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਹੈ। ਅਬ ਜੀ ਜਾਨ ਐਸੀ ਬਨ ਆਈ, ਮਿਲੋਂ ਗੋਪਾਲ ਨਿਸ਼ਾਨ ਬਜਾਈ। ਨਿਸ਼ਾਨ ਦਾ ਅਰਥ ਹੈ ਢੋਲ ਵਜਾਉਣਾ। ਇਹ ਵੀ ਇਸ਼ਾਰਾ ਕਰਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਹੋਰ ਕਿਹਾ ਕਿ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ। ਉਹ ਇਸੇ ਬਾਣੀ ਦਾ ਜ਼ਿਕਰ ਕਰ ਰਹੇ ਨੇ ਸਤਿਗੁਰੂ। ਗਗਨ, ਜੀਵਨ ਦੇ ਵਿੱਚ, ਸਰੀਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਢੋਲ ਵੱਜਿਆ ਹੈ, ਕੋਈ ਜਿੱਤ ਪ੍ਰਾਪਤ ਹੋ ਗਈ ਹੈ। ਇਹ ਅਸਲ ਵਿੱਚ ਅੱਜ ਦੀ ਜਿਹੜੀ ਪੌੜੀ ਹੈ ਕਿ ਵਾਜੇ ਅਨਹਦ ਤੂਰੇ, ਇਹ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਅਵਸਥਾ ਹੈ ਕਿ ਜਿਸ ਮਨੁੱਖ ਨੇ ਆਪਣੇ ਜੀਵਨ ਦੌਰਾਨ ਧਰਮ ਦੇ ਮਾਰਗ ਵਿੱਚ ਜਿੰਨੀਆਂ ਕਸਵੱਟੀਆਂ, ਜਿੰਨੀਆਂ ਕਮਾਈਆਂ, ਜਿੰਨੇ ਉਹਨੇ
ਰਸਤੇ ਤੈਅ ਕੀਤੇ ਨੇ ਤੇ ਅੱਜ ਉਹਨੇ ਆਪਣੇ ਜਦੋਂ ਸਾਰੇ ਸਰੀਰ ਨੂੰ ਜਿੱਤਿਆ ਨਾ, ਸਾਰੇ ਵਿਕਾਰਾਂ ਨੂੰ, ਜਿਹੜਾ ਇਹਦਾ ਦੇਸ਼ ਗੁਲਾਮ ਸੀ ਵਿਕਾਰਾਂ ਦੇ, ਜਦੋਂ ਉਹਦੀ ਫਤਿਹ ਪ੍ਰਾਪਤ ਹੋਈ, ਜਦੋਂ ਜਿੱਤ ਮਿਲੀ ਤੇ ਜਿੱਤ ਤੋਂ ਬਾਅਦ ਇਹ ਖੁਸ਼ੀ ਦੇ ਵਾਜੇ ਨੇ। ਜਿਵੇਂ ਕੋਈ ਜਿੱਤ ਤੋਂ ਬਾਅਦ ਬਾਦਸ਼ਾਹ ਵਾਜੇ ਵਜਵਾਉਂਦਾ ਹੈ, ਬੈਂਡ ਵੱਜਦੇ ਨੇ, ਢੋਲ ਵੱਜਦੇ ਨੇ, ਕਿਉਂਕਿ ਉਹਦੀ ਜਿੱਤ ਦਾ ਕਾਰਨ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਜਿਹੜਾ ਰਾਗਾਂ ਦਾ ਤਤਕਰਾ ਦਿੱਤਾ ਗਿਆ ਹੈ, ਜਿਹੜੀ ਰਾਗਾਂ ਦੀ ਵੰਡ ਕੀਤੀ ਗਈ ਹੈ, ਉਹਦੇ ਅੰਦਰ ਵੀ ਇਸ ਤਰ੍ਹਾਂ ਕੁਝ ਹਵਾਲੇ ਮਿਲਦੇ ਨੇ। ਜਪਜੀ ਸਾਹਿਬ ਤੋਂ ਗੱਲ ਸ਼ੁਰੂ ਹੁੰਦੀ ਹੈ। ਜਪ, ਧਰਮ ਦੀ ਆਰੰਭਤਾ ਜਪ ਤੋਂ ਸ਼ੁਰੂ ਹੁੰਦੀ ਹੈ, ਜਪਣ ਤੋਂ, ਬੋਲਣ ਤੋਂ ਸ਼ੁਰੂ ਹੁੰਦੀ ਹੈ। ਧਰਮ ਦੀ ਸ਼ੁਰੂਆਤ ਜਪਣ ਤੋਂ ਆਰੰਭ ਹੁੰਦੀ ਹੈ। ਜਪਜੀ ਸਾਹਿਬ ਤੋਂ ਸਿੱਖ ਦਾ ਜੀਵਨ ਸ਼ੁਰੂ ਹੁੰਦਾ ਹੈ। ਇਹਦੇ ਤੋਂ ਅੱਗੇ ਪਹਿਲਾ ਰਾਗ ਜਿਹੜਾ ਉਹ ਹੈ ਸਿਰੀ ਰਾਗ, ਤੇ ਸਿਰੀ ਰਾਗ ਇਹਦਾ ਗਾਉਣ ਦਾ ਵਕਤ ਅੱਧੀ ਰਾਤ ਦਾ ਹੈ। ਅੱਧੀ ਰਾਤ ਤੋਂ ਬਾਅਦ ਇਹ ਗਾਇਆ ਜਾਂਦਾ ਹੈ, ਜਾਂ ਅੱਧੀ ਰਾਤ ਦੇ ਕਰੀਬ ਗਾਇਆ ਜਾਂਦਾ ਹੈ। ਜਦੋਂ ਇੱਕ ਧਾਰਮਿਕ ਮਨੁੱਖ ਧਰਮ ਦੇ ਮਾਰਗ ਵਿੱਚ ਪੈਰ ਰੱਖਦਾ ਹੈ ਤੇ ਇਉਂ ਹੁੰਦਾ ਜਿਵੇਂ ਉਹਦੇ ਜੀਵਨ ਵਿੱਚ ਅੱਧੀ ਰਾਤ ਹੁੰਦੀ ਹੈ। ਚੌਵਾਂ ਪਾਸੇ ਹਨੇਰਾ, ਕੁਝ ਨਹੀਂ ਦਿਸਦਾ, ਕੋਈ ਹੱਥ ਨਹੀਂ ਪੈਂਦਾ, ਕੋਈ ਪ੍ਰਤੀਤ ਨਹੀਂ ਹੁੰਦਾ। ਜਦੋਂ ਕੋਈ ਜਪਣਾ ਸ਼ੁਰੂ ਕਰਦਾ ਹੈ, ਕੀ ਦਿਸਦਾ ਉਹਦੇ ਵਿੱਚ? ਕੋਈ ਪਤਾ ਨਹੀਂ ਹੈ, ਕੋਈ ਸਮਝ ਨਹੀਂ, ਕੇਵਲ ਜਪਣਾ ਹੀ ਹੈ ਬਸ, ਹੋਰ ਕੁਝ ਵੀ ਨਹੀਂ ਹੈ। ਸਿਰੀ ਰਾਗ ਅੱਧੀ ਰਾਤ ਦਾ ਰਾਗ ਹੈ। ਉਹਦੇ ਵਿੱਚ ਇਸ਼ਾਰਾ ਕੀਤਾ ਗਿਆ ਕਿ ਜਦੋਂ ਜਪ ਸ਼ੁਰੂ ਹੁੰਦਾ ਹੈ, ਜਪਜੀ ਸਾਹਿਬ ਆਰੰਭਤਾ ਹੁੰਦੀ ਹੈ ਧਾਰਮਿਕ ਮਨੁੱਖ ਦੀ, ਉਹ ਇਸ ਤਰ੍ਹਾਂ ਵੀ ਕਿਸੇ ਚੀਜ਼ ਨੂੰ ਜਿੱਤਣ ਵਾਸਤੇ ਅੱਧੀ ਰਾਤ ਨੂੰ ਚੜ੍ਹਾਈ ਕੀਤੀ ਜਾਏ। ਇਹਦੇ ਹੋਰ ਵੀ ਬੜੇ ਪਿਆਰੇ ਪ੍ਰਤੀਕ ਮਿਲਦੇ ਨੇ। ਅੱਧੀ ਰਾਤ ਦਾ ਰਾਗ ਪਹਿਲਾਂ ਕਿਉਂ ਰੱਖਿਆ ਗਿਆ? ਇਹ ਬੜੀ ਖੂਬੀ ਇਸ ਰਾਗ ਵਿਦਿਆ ਦੇ ਤਤਕਰੇ ਦੇ ਅੰਦਰ। ਅੱਧੀ ਰਾਤ ਦਾ ਮਤਲਬ ਇਹ ਹੈ ਕਿ ਇਹਨਾਂ ਸਾਵਧਾਨ ਤੇ ਆਲਸ ਤੋਂ ਰਹਿਤ ਹੋ ਕੇ ਤੁਰ ਜੇ ਤੂੰ ਰੱਬ ਦੇ ਘਰ ਵੱਲ ਚੱਲਾਂ, ਕਿ ਅੱਧੀ ਰਾਤ ਨੂੰ ਆਮ ਤੌਰ ਤੇ ਮਨੁੱਖ ਕੋਈ ਕੰਮ ਨਹੀਂ ਕਰਦਾ ਸ਼ੁਰੂ। ਉਹ ਸਮਾਂ ਆਰਾਮ ਦਾ ਹੈ, ਉਹ ਵਕਤ ਨੀਂਦ ਲੈਣ ਦਾ ਹੈ, ਉਸ ਵਕਤ ਲੋਕ ਆਰਾਮ ਕਰਦੇ ਨੇ। ਇਹ ਸਿਰੀ ਰਾਗ ਅੱਧੀ ਰਾਤ ਦਾ ਰਾਗ, ਇਹਦੇ ਵਿੱਚ ਇਸ਼ਾਰਾ ਕੀਤਾ ਗੁਰੂ ਸਾਹਿਬ ਨੇ ਵੀ ਜੇ ਧਰਮ ਕਮਾਉਣਾ ਹੀ ਨਾ, ਤੇ ਤੈਨੂੰ ਇਸ ਤਰ੍ਹਾਂ ਇਹ ਕੁਝ ਜਿਹੜੇ ਆਰਾਮ ਨੇ, ਐਸ਼ ਇਸ਼ਰਤ, ਇਹਨੂੰ ਥੋੜਾ ਜਿਹਾ ਤੈਨੂੰ ਛੱਡਣਾ ਪਏਗਾ। ਇਹ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਹੋਣਗੀਆਂ, ਥੋੜਾ ਜਿਹਾ ਤੇ ਤੈਨੂੰ ਸੰਘਰਸ਼ ਕਰਨਾ ਹੀ ਪਏਗਾ ਨਾ। ਇਸ ਕਰਕੇ ਅੱਧੀ ਰਾਤ ਦਾ ਮਤਲਬ ਇਹ ਹੈ ਵੀ ਆਲਸ ਨੂੰ ਦੂਰ ਪਹਿਲਾਂ ਹੀ ਕਰਦੇ ਸ਼ੁਰੂ ਵਿੱਚ। ਜਪ ਤੋਂ ਬਾਅਦ ਸਿਰੀ ਰਾਗ ਲਿਆ। ਸਿਰੀ ਦਾ ਅਰਥ ਹੈ ਪਹਿਲਾ, ਸਭ ਤੋਂ ਆਰੰਭਕ, ਸਿਰਜਣਾ ਕਰਨ ਵਾਲਾ, ਜਿਸ ਨੇ ਜੀਵਨ ਨੂੰ ਘੜਨਾ ਹੈ, ਸਿਰਜਨਾਤਮਕ ਰਾਗ। ਇਹਨੇ ਹੁਣ ਅੱਗੇ ਘੜਨਾ ਹੈ। ਸਿਰੀ ਰਾਗ ਸਿਰਜਨਾਤਮਕ ਰਾਗ, ਜਿਹਦਾ ਭਾਵ ਹੈ ਕਿ ਇਹਦੇ ਤੋਂ ਅੱਗੇ ਜਿੰਨੀ ਬਾਣੀ ਆਏਗੀ ਉਹਦੇ ਵਿੱਚ ਮਨੁੱਖ ਤੇ ਚੋਟਾਂ ਪੈਣਗੀਆਂ। ਇੱਕ ਪੱਥਰ ਵਰਗਾ ਮਨੁੱਖ ਦਾ ਜੀਵਨ ਹੈ, ਉਹਨੂੰ ਹੁਣ ਘੜਨਾ ਹੈ, ਉਸ ਨੂੰ ਬੁੱਤ ਬਣਾਉਣਾ ਹੈ, ਪੱਥਰ ਦੇ ਵਿੱਚੋਂ ਬੁੱਤ ਕੱਢਣਾ ਹੈ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਸਿਰੀ ਰਾਗ ਦੇ ਹਨੇਰੇ ਤੋਂ ਗੱਲ ਸ਼ੁਰੂ ਹੋਈ, ਔਰ ਇਸ ਹਨੇਰੇ ਦੇ ਵਿੱਚ ਜੀਵਨ ਦੀ ਘਾੜਤ ਸ਼ੁਰੂ ਹੋਈ। ਸਿਰੀ ਰਾਗ ਤੋਂ ਕਹਾਣੀ ਸ਼ੁਰੂ ਹੋ ਕੇ ਤੇ ਪ੍ਰਭਾਤੀ ਰਾਗ ਤੇ ਜਾ ਕੇ 30 ਰਾਗ ਸਮਾਪਤ ਹੋ ਗਏ। ਪ੍ਰਭਾਤੀ ਦਾ ਅਰਥ ਸੀ ਹੁਣ ਪਹੁ ਪਠਾਲਾ ਹੋ ਗਿਆ, ਸੂਰਜ ਦਿਸਣ ਦੇ ਨੇੜੇ ਆ ਗਿਆ। ਇਹਦਾ ਭਾਵ ਸੀ ਕੋਈ ਮਨੁੱਖ ਜਿਹਦਾ ਜੀਵਨ ਘੁੱਪ ਹਨੇਰੇ ਨਾਲ ਭਰਿਆ ਹੋਵੇ, ਅੱਧੀ ਰਾਤ ਜਿੰਨੇ ਦੁੱਖ ਹਨੇਰੇ ਉਹਦੇ ਜੀਵਨ ਵਿੱਚ ਹੋਣ, ਉਹ ਆਪਣੇ ਜੀਵਨ ਦੇ ਵਿੱਚ ਪ੍ਰਭੂ ਨੂੰ ਮਿਲਣ ਵਾਸਤੇ, ਪੰਧ ਤੈਅ ਕਰਨ ਵਾਸਤੇ ਹਿੰਮਤ ਕਰਕੇ ਤੁਰ ਪਵੇ, ਤਾਂ ਇੱਕ ਦਿਨ ਉਹਦੇ ਜੀਵਨ ਦੇ ਵਿੱਚ ਸੂਰਜ, ਉਮੀਦ ਦੀ ਕਿਰਨ ਜ਼ਰੂਰ ਉੱਠੇਗੀ, ਉਹਦੇ ਜੀਵਨ ਵਿੱਚ ਪ੍ਰਭਾਤ ਆ ਜਾਏਗਾ। ਇਹ 30 ਰਾਗਾਂ ਤੱਕ ਹੈ। ਇੱਕ 31ਵਾਂ ਰਾਗ ਹੈ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਇਹ ਰਾਗ ਹੈ ਜੈਜਾਵੰਤੀ। ਤੇ ਜੈਜਾਵੰਤੀ ਰਾਗ ਉਦੋਂ ਗਾਇਆ ਜਾਂਦਾ ਜਦੋਂ ਕਿਸੇ ਬਾਦਸ਼ਾਹ ਦੀ ਜਿੱਤ ਹੋ ਜਾਏ। ਜਦੋਂ ਕੋਈ ਕਿਸੇ ਜੰਗ ਨੂੰ, ਕਿਸੇ ਮੁਹਿੰਮ ਤੇ ਗਿਆ ਹੋਇਆ ਬਾਦਸ਼ਾਹ ਵਾਪਸ ਮੁੜੇ, ਉਹ ਜਿੱਤ ਕੇ ਵਾਪਸ ਆਉਂਦਾ ਹੋਵੇ ਤੇ ਉਹਦੇ ਸਵਾਗਤ ਦੇ ਵਿੱਚ ਜੈਜਾਵੰਤੀ ਰਾਗ ਵਜਾਇਆ ਜਾਂਦਾ ਹੈ ਵੀ ਇਹਨੇ ਜੰਗ ਨੂੰ ਜਿੱਤ ਲਿਆ ਹੈ।
ਇਸ ਤਰ੍ਹਾਂ ਜਦੋਂ ਕੋਈ ਮਨੁੱਖ ਆਪਣੇ ਜੀਵਨ ਦੀ ਬਾਜੀ ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ, ਕਿਉਂਕਿ ਇਹ ਇੱਕ ਸੰਘਰਸ਼ ਹੈ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਊਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦੈ ਬੈਠਾ ਵੇਖੈ ਆਪ ਜੀਓ। ਇਹ ਬੜਾ ਵੱਡਾ ਘੋਲ ਹੈ, ਅਖਾੜਾ ਹੈ। ਇਹ ਜਿਹੜਾ ਜਗਤ ਹੈ, ਸੰਸਾਰ ਹੈ, ਇਹਦੇ ਅੰਦਰ ਬੜੇ ਵੱਡੇ ਪਹਿਲਵਾਨ ਨੇ। ਖਾਸ ਕਰਕੇ 5 ਪਹਿਲਵਾਨਾਂ ਦਾ ਨਾਮ ਲਿਆ ਗਿਆ ਤੇ ਉਹਨਾਂ ਨੇ ਝੰਡੀ ਗੱਡੀ ਹੋਈ ਹੈ, ਅਖਾੜੇ ਵਿੱਚ ਬੈਠੇ ਹੋਏ ਨੇ ਤੇ ਜ਼ਿਆਦਾਤਰ ਤੇ ਮਨੁੱਖ ਉਹਦੇ ਵੱਲ, ਉਹਨਾਂ ਵੱਲ ਜਾਂਦੇ ਹੀ ਨਹੀਂ। ਉਹ ਸਾਰੀ ਉਮਰ ਉਹਨਾਂ ਦੇ ਨਾਲ ਸਮਝੌਤਾ ਕਰ ਲੈਂਦੇ ਨੇ। ਜ਼ਿਆਦਾਤਰ ਲੋਕ ਜੀਵਨ ਦੀਆਂ ਬੁਰਾਈਆਂ ਨਾਲ ਸਮਝੌਤਾ ਕਰਕੇ ਜਿਉ ਰਹੇ ਨੇ, ਚੁੱਪ ਕਰਕੇ ਸਮਾਂ ਕੱਢ ਰਹੇ ਨੇ ਗੁਲਾਮੀ ਦੇ ਵਿੱਚ, ਜਿਵੇਂ ਕੋਈ ਗੁਲਾਮ ਮਨੁੱਖ ਰਹਿੰਦਾ। ਸਤਿਗੁਰੂ ਕਹਿੰਦੇ ਕਿ ਮੈਂ ਉਸ ਅਖਾੜੇ ਵਿੱਚ ਗਿਆ, ਜੀਵਨ ਇੱਕ ਘੋਲ ਹੈ, ਇੱਕ ਖੇਡ ਹੈ, ਤੇ ਉਸ ਥਾਂ ਤੇ ਸਭ ਹੋਈ ਛਿੰਝ ਇਕੱਠੀਆ, ਦੈ ਬੈਠਾ ਵੇਖੈ ਆਪ ਜੀਓ। ਪਰਮਾਤਮਾ ਆਪ ਉਹਨੂੰ ਵੇਖ ਰਿਹਾ ਸੀ। ਵਾਤ ਵੱਜਣ ਟਮਕ ਭੇਰੀਆਂ, ਫਿਰ ਕਹਿੰਦੇ ਉੱਥੇ ਵਾਜੇ ਵੀ ਪਏ ਵੱਜਦੇ ਸਨ, ਚੌਹਾਂ ਪਾਸੇ ਮਾਇਆ ਦੇ ਢੋਲ, ਜਿੱਥੇ ਘੋਲ ਹੋ ਰਿਹਾ ਸੀ। ਇਹ ਹੈ ਸੰਘਰਸ਼, ਜਿਹਨੂੰ ਜਿੱਤ ਕੇ ਅੱਜ ਆਨੰਦ ਸਾਹਿਬ ਦੀ ਅਖੀਰਲੀ ਪੌੜੀ ਤੇ ਗੁਰੂ ਅਮਰਦਾਸ ਕਹਿੰਦੇ ਵਾਜੇ ਅਨਹਦ ਤੂਰੇ। ਹੁਣ ਵਾਜੇ ਵੱਜਦੇ ਨੇ, ਕਾਹਦੇ? ਜੀਵਨ ਸਾਰਾ ਜਿੱਤਿਆ ਗਿਆ। ਵਾਤ ਵੱਜਣ ਟਮਕ ਭੇਰੀਆਂ, ਵਿਕਾਰਾਂ ਦੇ ਵਾਜੇ ਵੱਜ ਰਹੇ ਨੇ ਉਸ ਥਾਂ ਤੇ ਜਿੱਥੇ ਮਨੁੱਖ ਦੇ ਜੀਵਨ ਦਾ ਘੋਲ ਹੋਣਾ। ਮਲ ਲੱਥੇ, ਮਲ ਦਾ ਅਰਥ ਹੈ ਪਹਿਲਵਾਨ, ਵੱਡੇ ਵੱਡੇ ਮਲ, ਵੱਡੇ ਵੱਡੇ ਪਹਿਲਵਾਨ, ਭਾਵ 5 ਵਿਕਾਰ ਉਸ ਅਖਾੜੇ ਦੇ ਵਿੱਚ ਆ ਕੇ ਲੱਥ ਗਏ, ਬੈਠ ਗਏ ਮਨੁੱਖ ਨੂੰ ਢਾਉਣ ਵਾਸਤੇ। ਤੇ ਚੌਹਾਂ ਪਾਸੇ ਢੋਲ ਵੱਜਦਾ ਮਾਇਆ ਦਾ। ਕਬੀਰ ਜੀ ਨੇ ਇਸ ਢੋਲ ਦਾ ਜ਼ਿਕਰ ਕੀਤਾ ਬਾਣੀ ਵਿੱਚ। ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਭਰ ਪਾਨੀ, ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਰਾਨੀ, ਨਕਟੀ ਕੋ ਠਨਗੰਡ ਬਾਡਾ ਡੂ, ਕਿਨੈ ਵਿਵੇਕੀ ਕਾਟੀ ਤੂੰ। ਮਾਇਆ ਦਾ ਵਾਜਾ ਚੌਹਾਂ ਪਾਸੇ ਵੱਜ ਰਿਹਾ ਹੈ। ਇਕਤ ਪੱਤਰ, ਪੱਤਰ ਦਾ ਅਰਥ ਹੈ ਭਾਂਡਾ। ਉਰਕਟ ਕੁਰਕਟ, ਕੁਰਕਟ ਦਾ ਅਰਥ ਹੈ ਮੁਰਗਾ, ਉਰਕਟ ਦਾ ਅਰਥ ਹੈ ਮੁਰਗੇ ਦਾ ਮਾਸ। ਇੱਕ ਭਾਂਡੇ ਵਿੱਚ ਰਿੰਨ ਕੇ ਮੁਰਗੇ ਦਾ ਮਾਸ ਪਾਇਆ ਹੋਇਆ ਹੈ। ਇਕਤ ਪੱਤਰ ਭਰ ਪਾਨੀ, ਤੇ ਇੱਕ ਭਾਂਡੇ ਵਿੱਚ ਸ਼ਰਾਬ ਪਾਇਆ ਹੋਇਆ ਹੈ। ਆਸ ਪਾਸ ਪੰਚ ਜੋਗੀਆ ਬੈਠੇ, ਆਲੇ ਦੁਆਲੇ ਪੀਣ ਖਾਣ ਵਾਲੇ, ਤੇ ਉਹਨਾਂ ਦੇ ਵਿੱਚ 5 ਵਿਕਾਰ ਬੈਠ ਗਏ। ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਰਾਨੀ, ਤੇ ਉਹਨਾਂ ਦੇ ਵਿੱਚ ਮਾਇਆ ਰੂਪੀ ਦਰਾਣੀ ਉੱਥੇ ਬੈਠ ਗਈ ਤੇ ਮਾਇਆ ਦੇ ਉੱਥੇ ਵਾਜੇ ਵੱਜ ਰਹੇ ਨੇ। ਸਤਿਗੁਰੂ ਅੱਗੇ ਕਹਿੰਦੇ ਨੇ, ਕਹਿਣ ਲੱਗੇ ਨਕਟੀ ਕੋ ਠਨਗੰਡ ਬਾਡਾ ਡੂ। ਨਕਟੀ ਕਹਿੰਦੇ ਨੇ ਮਾਇਆ ਨੂੰ, ਜਿਹਦਾ ਨੱਕ ਨਾ ਹੋਵੇ। ਇਹਦਾ ਨਾਮ ਨਕਟੀ ਲਿਖਿਆ ਗਿਆ ਗੁਰਬਾਣੀ ਵਿੱਚ। ਭਾਵ ਜਿਹੜਾ ਮਨੁੱਖ ਇਹਦੇ ਘੇਰੇ ਵਿੱਚ ਆ ਗਿਆ, ਉਹਦਾ ਨੱਕ ਨਹੀਂ ਛੱਡਦੀ, ਉਹਦੀ ਇੱਜ਼ਤ ਨਹੀਂ ਛੱਡਦੀ, ਉਹਦੀ ਇੱਜ਼ਤ ਰੋਲ ਦਿੰਦੀ ਹੈ। ਇਸ ਕਰਕੇ ਵਾਜੇ ਵੱਜ ਰਹੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਇੱਕ ਘੋਲ ਹੈ ਜੀਵਨ। ਕੁਝ ਵਿਰਲੇ ਲੋਕ ਮੈਦਾਨ ਵਿੱਚ ਆਏ, ਬਾਕੀ ਤਾਂ ਵੇਖਣ ਵਾਲੇ ਨੇ। ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨੇਹ ਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਇਹ 5 ਕਿਵੇਂ ਜਿੱਤੇ? ਗੁਰੂ ਨੇ ਥਾਪੀ ਦਿੱਤੀ, ਸਿਰ ਤੇ ਹੱਥ ਰੱਖਿਆ, ਮਿਹਰ ਭਰਿਆ। ਇਹ ਜਦੋਂ ਕਿਸੇ ਦੀ ਜਿੱਤ ਹੁੰਦੀ ਹੈ ਤੇ ਉਦੋਂ ਫਿਰ ਗੁਰੂ ਸਾਹਿਬ ਨੇ ਅਖੀਰਲਾ ਰਾਗ ਉਚਾਰਨ ਕੀਤਾ, ਜੈਜਾਵੰਤੀ। ਜੈਜਾਵੰਤੀ ਦਾ ਮਤਲਬ ਹੈ ਜਿੱਤ ਦਾ ਰਾਗ, ਜਿਹਦੇ ਵਿੱਚ ਜਿੱਤ ਹੋ ਗਈ, ਫਤਿਹ ਹੋ ਗਈ। ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜੀ ਆਪਣੀ ਅਖੀਰਲੀ ਬਾਣੀ ਲਿਖੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਅਖੀਰਲਾ ਰਾਗ ਹੈ, ਉਸ ਬਾਣੀ ਦਾ, ਉਸ ਚਿੱਠੀ ਦਾ ਨਾਮ ਸੀ ਜ਼ਫਰਨਾਮਾ। ਜ਼ਫਰਨਾਮੇ ਦਾ ਮਤਲਬ ਹੈ ਫਤਿਹ ਦੀ ਚਿੱਠੀ। ਸਤਿਗੁਰਾਂ ਨੇ ਔਰੰਗਜ਼ੇਬ ਨੂੰ ਇਹ ਬਚਨ ਕਹਿ ਇਸ਼ਾਰਾ ਕੀਤਾ, ਕਹਿਣ ਲੱਗੇ ਔਰੰਗਜ਼ੇਬ ਤੂੰ ਸੋਚਣਾ ਮੈਂ ਜੀਵਨ ਵਿੱਚ ਹਾਰ ਗਿਆ, ਮੈਂ ਤੈਨੂੰ ਫਤਿਹ ਦੀ ਚਿੱਠੀ ਲਿਖ ਰਿਹਾ, ਮੈਂ ਜਿੱਤ ਚੁੱਕਾ ਹਾਂ, ਮੈਂ ਜਿੱਤ ਪ੍ਰਾਪਤ ਕਰ ਲਈ, ਮੈਂ ਜੋ ਕੁਝ ਕਰਨਾ ਸੀ ਕਰ ਦਿੱਤਾ ਹੈ। ਇਸ ਕਰਕੇ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਉਸ ਮਨੁੱਖ ਦੇ ਜੀਵਨ ਦੇ ਵਿੱਚ ਖੁਸ਼ੀ ਦੇ ਨਾਦ, ਖੁਸ਼ੀ ਦੇ ਵਾਜੇ, ਜਿਹੜਾ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਜਾਏ,
ਤੇ ਅੱਜ ਦੇ ਬਚਨ ਦੇ ਵਿੱਚ ਜਿਹੜੇ ਆਨੰਦ ਦੀ ਗੱਲ ਕੀਤੀ ਗਈ, ਆਨੰਦ ਦੀ ਵਿਆਖਿਆ ਕੀਤੀ ਸਤਿਗੁਰਾਂ ਨੇ, ਉਹ ਆਨੰਦ ਸੁਣਨ ਦਾ ਮਤਲਬ ਹੈ ਜਦੋਂ ਕੋਈ ਮਨੁੱਖ ਆਪਣੇ ਸਰੀਰ ਵਿੱਚ, ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਦੀ ਬੰਦਗੀ ਕਰਦਿਆਂ ਕਰਦਿਆਂ, ਨਾਮ ਜਪਦਿਆਂ ਜਪਦਿਆਂ ਆਪਣੇ ਸਰੀਰ ਦੇ ਵਿੱਚ ਪਈਆਂ ਹੋਈਆਂ ਬੁਰਾਈਆਂ ਨੂੰ ਸਹਿਜੇ ਸਹਿਜੇ ਖਤਮ ਕਰੀ ਜਾਂਦਾ ਹੈ, ਸਹਿਜੇ ਸਹਿਜੇ ਮਿਟਾਈ ਜਾਂਦਾ ਹੈ। ਇੱਕ ਦਿਨ ਜਦੋਂ ਸਾਰੀਆਂ ਬੁਰਾਈਆਂ ਮਿਟ ਜਾਂਦੀਆਂ ਨੇ ਤੇ ਉਹਨਾਂ ਦੇ ਮਿਟਣ ਤੋਂ ਬਾਅਦ ਜਿਹੜੀ ਮਨੁੱਖ ਨੂੰ ਫਤਿਹ ਪ੍ਰਾਪਤ ਹੁੰਦੀ ਏ, ਉਸ ਫਤਿਹ ਤੋਂ ਬਾਅਦ ਅੰਦਰ ਵੱਜ ਰਹੇ ਵਾਜੇ ਮਨੁੱਖ ਨੂੰ ਸੁਣਨੇ ਸ਼ੁਰੂ ਹੋ ਜਾਂਦੇ ਨੇ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਉਹ ਸਰੀਰ ਬੜੇ ਭਾਗਾਂ ਵਾਲਾ ਬਣ ਜਾਂਦਾ ਹੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰਿਆ, ਇਹ ਕਿਹਨਾਂ ਨੂੰ ਸੁਣੇ ਗਏ? ਇਹ ਜਿਹੜੀ ਆਵਾਜ਼ ਆਨੰਦ ਸਾਹਿਬ ਵਿੱਚ ਕਹੀ ਗਈ ਹੈ, ਕਿਹਨਾਂ ਦੀ ਪਕੜ ਵਿੱਚ ਆਈ? ਇਹਦੀ ਨਿਸ਼ਾਨੀ ਕੀ ਹੈ? ਆਮ ਤੌਰ ਤੇ ਤੁਸੀਂ ਸੁਣਦੇ ਹੋ ਸਾਡੇ ਵਾਜੇ ਵੱਜ ਗਏ ਨੇ, ਆਮ ਤੌਰ ਤੇ ਬੜੇ ਸਸਤੇ ਵਿੱਚ ਥੋੜੇ ਦਿਨਾਂ ਦੇ ਵਿੱਚ ਚਾਨਣ ਵੀ ਦਿਸਣ ਲੱਗ ਪੈਂਦਾ ਲੋਕਾਂ ਨੂੰ, ਤੇ ਉਹ ਇਹ ਵੀ ਕਹਿਣ ਲੱਗ ਪੈਂਦੇ ਜੀ ਸਾਨੂੰ ਅਨਹਦ ਨਾਦ ਸੁਣੀਨ ਲੱਗ ਗਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਭੁਲੇਖੇ ਵਿੱਚੋਂ ਕੱਢਿਆ। ਇਹ ਤਾਂ ਬੜੀ ਅਖੀਰਲੀ ਅਵਸਥਾ ਹੈ। ਇਹਦੀ ਨਿਸ਼ਾਨੀ ਦੱਸੀ ਕਿ ਇਸ ਬੰਦੇ ਨੂੰ ਅਨਹਦ ਨਾਦ ਸੁਣਿਆ ਗਿਆ ਹੈ, ਤੇ ਆਪ ਵੀ ਸਾਨੂੰ ਪਤਾ ਲੱਗ ਜਾਏਗਾ ਵੀ ਅਨਹਦ ਨਾਦ ਹੈ ਜਾਂ ਸਾਡੇ ਮਨ ਦੀ ਬਣਾਈ ਹੋਈ ਆਵਾਜ਼ ਹੈ। ਇਹਦੀ ਨਿਸ਼ਾਨੀ, ਕਿਉਂਕਿ ਗੁਰਬਾਣੀ ਕਸਵੱਟੀ ਹੈ ਨਾ, ਕਿਸੇ ਮਨੁੱਖ ਤੇ ਵਿਸ਼ਵਾਸ ਜਾਂ ਆਪਣੇ ਮਨ ਤੇ ਵਿਸ਼ਵਾਸ ਕਰਨ ਦੀ ਬਜਾਏ ਗੁਰਬਾਣੀ ਨਾਲ ਜੋੜ ਕੇ ਵੇਖਣਾ ਚਾਹੀਦਾ ਵੀ ਇਹ ਕਿਹੜੀ ਦਸ਼ਾ ਹੈ ਜਿਹਦੇ ਵਿੱਚ ਅਸੀਂ ਖੜੇ ਹੋ ਕੇ ਕਹਿ ਰਹੇ ਹਾਂ ਸਾਨੂੰ ਪ੍ਰਕਾਸ਼ ਹੋ ਗਿਆ, ਸਾਨੂੰ ਅਨਹਦ ਨਾਦ ਮਿਲ ਗਿਆ। ਉਹਦੇ ਅੱਖਾਂ ਦਾ ਤਾਂ ਵਿਸ਼ਾ ਹੀ ਕੋਈ ਨਹੀਂ। ਜਿਹੜਾ ਵਾਹਿਗੁਰੂ ਦਾ ਪ੍ਰਕਾਸ਼ ਹੈ, ਜਿਹਨੂੰ ਕਿਹਾ ਗਿਆ ਕਿ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਉਹ ਪ੍ਰਗਾਸ ਇਹਨਾਂ ਅੱਖਾਂ ਦਾ ਥੋੜੀ ਹੈ, ਉਹ ਇਸ ਪ੍ਰਕਾਸ਼ ਨਾਲ ਸੰਬੰਧਿਤ ਥੋੜੀ ਹੈ। ਉਹ ਉਸ ਪ੍ਰਕਾਸ਼ ਦਾ ਮਤਲਬ ਹੈ ਜਿਵੇਂ ਕਿਸੇ ਚੀਜ਼ ਦੀ ਸੋਝੀ ਹੋ ਜਾਣੀ, ਜਾਗਰਿਤ ਹੋ ਜਾਣਾ ਮਨੁੱਖ ਨੇ। ਔਰ ਇਸ ਨਾਦ ਦਾ ਸੰਬੰਧ ਵੀ ਇਹਨਾਂ ਕੰਨਾਂ ਨਾਲ ਨਹੀਂ ਜਿਹੜਾ ਆਨੰਦ ਸਾਹਿਬ ਵਿੱਚ ਕਿਹਾ ਗਿਆ ਹੈ। ਫਿਰ ਇਹਦੀ ਪਰਖ ਕੀ ਹੈ ਵੀ ਇਸ ਬੰਦੇ ਨੂੰ ਅਨਹਦ ਨਾਦ ਸੁਣਿਆ ਗਿਆ, ਵਾਕਈ ਇਹ ਠੀਕ ਹੈ। ਤੇ ਗੁਰੂ ਅਮਰਦਾਸ ਜੀ ਨੇ ਕਿਹਾ ਇਹਦੀ ਇੱਕੋ ਇੱਕ ਕਸਵੱਟੀ ਹੈ, ਹੋਰ ਕੋਈ ਨਹੀਂ, ਕਿ ਪੰਚ ਦੂਤ ਤੁਧ ਵਸ ਕੀਤੇ। ਹੁਣ ਇਹ ਸਾਰਿਆਂ ਨੂੰ ਆਪ ਵੀ ਪਤਾ ਹੈ ਵੀ ਪੰਜ ਦੂਤ ਆਪਣੇ ਕਿੰਨੇ ਕੁ ਵਸ ਵਿੱਚ ਨੇ, ਇਹ ਬਾਅਦ ਵਿੱਚ ਆਏਗਾ। ਇਹ ਗੱਲ ਸਪਸ਼ਟ ਕਰ ਦਿੱਤੀ ਗੁਰੂ ਅਮਰਦਾਸ ਨੇ। ਅਨਹਦ ਨਾਦ ਜਿਹੜਾ ਹੈ ਜ਼ਰੂਰ ਸਾਡੇ ਵਿੱਚ ਕੁਝ ਸੱਜਣ ਇਹਨੂੰ ਕਹਿੰਦੇ ਨੇ ਤੇ ਜੋਗੀਆਂ ਦੀ ਗੱਲ ਹੈ, ਗੁਰਬਾਣੀ ਦੇ ਅਰਥ ਅਨਹਦ ਨਾਦ ਕਰਨੇ, ਪਰ ਨਹੀਂ। ਗੁਰਬਾਣੀ ਨੇ ਸਾਫ਼ ਤੌਰ ਤੇ ਦੇ ਅਰਥ ਕੀਤੇ ਨੇ, ਭਾਵੇਂ ਅਸੀਂ ਕਿੰਨੇ ਤੋੜ ਦਈਏ ਅਰਥ, ਭਾਵੇਂ ਕਿਸੇ ਪਾਸੇ ਲੈ ਜਾਈਏ। ਇਹ ਤਾਂ ਕੁਝ ਮਜ਼੍ਹਬਾਂ ਦੇ, ਕੁਝ ਜੋਗੀਆਂ ਦੀ ਅਵਸਥਾ ਹੈ, ਉਹਨਾਂ ਨੇ ਇਹ ਨਾਦ ਕਹੇ ਨੇ, ਉਹਨਾਂ ਨੇ ਇਹਦੀ ਵਿਆਖਿਆ ਕੀਤੀ। ਨਹੀਂ, ਸਤਿਗੁਰਾਂ ਨੇ ਇਹਦੀ ਵਿਆਖਿਆ ਕੀਤੀ ਹੈ ਤੇ ਨਾਲ ਉਹਦੇ ਕਸਵੱਟੀ ਵੀ ਕਹੀ ਹੈ ਵੀ ਐਵੇਂ ਨਹੀਂ ਹਰੇਕ ਜਣੇ ਖਣੇ ਮਨੁੱਖ ਨੂੰ ਅਨਹਦ ਨਾਦ ਸੁਣ ਗਿਆ। ਸਤਿਗੁਰਾਂ ਨੇ ਇੱਕ ਥਾਂ ਤੇ ਨਹੀਂ, ਅਨੇਕ ਥਾਵਾਂ ਤੇ ਇਹਦੀ ਵਿਆਖਿਆ ਕੀਤੀ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਇਹ ਕਿਸ ਨੂੰ ਸੁਣੇਗਾ? ਉਹਦੀ ਨਿਸ਼ਾਨੀ ਕੀ ਹੈ? ਉਹਦੀ ਪਰਖ ਕੀ ਹੈ? ਸਤਿਗੁਰੂ ਕਹਿੰਦੇ ਪੰਜ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਜਿਸ ਬੰਦੇ ਦੇ ਵਸ ਵਿੱਚ ਆ ਜਾਂਦੇ ਨੇ, ਉਹਦੇ ਤੋਂ ਬਾਅਦ ਉਮੀਦ ਹੈ ਵੀ ਉਹ ਅਨਹਦ ਨਾਦ ਤੱਕ ਚਲਾ ਜਾਏਗਾ, ਉਹਦੇ ਤੋਂ ਪਹਿਲਾਂ ਨਹੀਂ। ਇਹ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਪੰਜਾਂ ਦੇ ਉੱਤੇ ਸਾਡਾ ਕਿੰਨਾ ਕੁ ਅਧਿਕਾਰ ਹੈ। ਇਸ ਕਰਕੇ ਇਹ ਅੰਤਰ ਦੀ ਬਾਣੀ ਮਨੁੱਖ ਦੇ ਅੰਤਿਸ਼ਕਰਨ ਦੇ ਵਿੱਚ ਵੱਜਦਾ ਹੋਇਆ ਇੱਕ ਲਗਾਤਾਰ ਸੰਗੀਤ। ਤੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਸਤਿਗੁਰੂ ਇਹ ਬਚਨ ਕਹਿੰਦੇ ਨੇ ਕਿ ਇਹ ਨਹੀਂ ਕਿ ਕੋਈ ਮਨੁੱਖ ਇਹਦੇ ਤੋਂ ਖਾਲੀ ਹੋਵੇਗਾ, ਵੀ ਜਿਹਦੇ ਅੰਦਰ ਇਹ ਸੰਗੀਤ ਨਹੀਂ ਵੱਜ ਰਿਹਾ, ਜਿਹਦੇ ਵਿੱਚ ਇਹ ਗੀਤ ਨਹੀਂ ਚੱਲ ਰਿਹਾ। ਮਹਾਰਾਜ ਸਾਨੂੰ ਤੇ ਨਹੀਂ ਸੁਣੀਂਦਾ, ਸਾਨੂੰ ਤੇ ਅੰਤਰਮੁਖੀ ਹੋਣ ਦੀ ਦੇਰ ਹੈ, ਉਹ ਜ਼ਿਆਦਾ ਦੁਖੀ ਨਾ ਹੋਵੇ। ਇਹ ਸਾਧਨ ਸਭ ਤੋਂ ਵੱਡਾ ਕੀਰਤਨ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਦੇ ਵਿੱਚ ਜਪ, ਤਾਂ ਕਿ ਜਿਹੜੇ ਅੰਦਰ ਵਿਚਾਰ ਨੇ
ਉਹ ਸਹਿਜੇ ਬਾਹਰ ਨਿਕਲ ਜਾਣ, ਧੋਤੇ ਜਾਣ ਤੇ ਤੂੰ ਖਾਲੀ ਹੋਵੇਂ। ਇਹ ਸਾਰੀਆਂ ਆਵਾਜ਼ਾਂ ਸਹਿਜੇ ਸਹਿਜੇ ਕਰਕੇ, ਜਿਹੜੀਆਂ ਕਈ ਤਰ੍ਹਾਂ ਦੀਆਂ ਸਾਡੇ ਵਿੱਚ ਖਿਆਲ ਭਰੇ ਹੋਏ ਨੇ, ਵਿਚਾਰ ਭਰੇ ਹੋਏ ਨੇ, ਜਦੋਂ ਸਹਿਜੇ ਸਹਿਜੇ ਇੱਕ ਇੱਕ ਕਰਕੇ, ਦੋ ਦੋ ਕਰਕੇ, ਔਰ ਇਹਦਾ ਪਰਹੇਜ਼ ਕਿ ਜਿੰਨੇ ਵਿਚਾਰ ਨਿਕਲਣ ਹੋਰ ਨਾ ਪੈਣ, ਤਾਂ ਇੱਕ ਦਿਨ ਇਹ ਆਕਾਸ਼ ਖਾਲੀ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ। ਅੰਦਰ ਚੁੱਪ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਜੇ ਨਾਲ ਦੀ ਨਾਲ, ਕਿਉਂਕਿ ਪੁਰਾਣੀ ਮਨ ਦੀ ਆਦਤ ਹੈ, ਉਹ ਪੁਰਾਣੇ ਆਧਾਰ ਤੇ ਹੋਰ ਖਿਆਲ, ਹੋਰ ਵਿਚਾਰ ਅੰਦਰ ਢੋਂਦਾ ਰਹਿੰਦਾ ਹੈ, ਅੰਦਰ ਪਾਉਂਦਾ ਰਹਿੰਦਾ ਹੈ, ਕਿਉਂਕਿ ਉਹਦੀ ਜਿਹੜੀ ਖਲਾਅ ਹੈ, ਉਹ ਖਾਲੀਪਣ ਉਹਨੂੰ ਦੁਖੀ ਕਰਦਾ ਹੈ। ਕਦੀ ਆਦਤ ਨਹੀਂ ਪਈ ਖਾਲੀ ਰਹਿਣ ਦੀ। ਇਸ ਕਰਕੇ ਮਨੁੱਖ ਸਵੇਰੇ ਉੱਠਦਿਆਂ ਸਾਰ ਉਪਰਾਲਾ ਕਰ ਲੈਂਦਾ ਅੰਦਰ ਨੂੰ ਭਰਨ ਦਾ। ਉਹ ਅੰਦਰ ਸੁੱਟਣਾ ਸ਼ੁਰੂ ਕਰ ਦਿੰਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸੁੱਟਦਾ ਰਹਿੰਦਾ ਹੈ। ਫਿਰ ਉਹ ਅੰਦਰ ਜਿਹੜਾ ਭਰਿਆ ਹੋਇਆ, ਉਹ ਟਿਕਣ ਦੀ ਸੰਭਾਵਨਾ ਖਤਮ ਹੋ ਜਾਂਦੀ ਅੰਮ੍ਰਿਤ ਵੇਲੇ, ਔਰ ਉਹ ਫਿਰ ਮਨੁੱਖ ਨੂੰ ਨਾਲੋਂ ਨਾਲ ਦੁਖੀ ਕਰਦਾ ਹੈ। ਇਸ ਲਈ ਸਤਿਗੁਰਾਂ ਨੇ ਇਹ ਪਰਹੇਜ਼ ਦੱਸੇ ਨਾਲ ਗੁਰਮਤਿ ਦੇ ਵਿੱਚ। ਗੁਰਸਿੱਖ ਥੋੜਾ ਬੋਲਣਾ, ਥੋੜਾ ਸੌਣਾ, ਥੋੜਾ ਖਾਣਾ, ਇਹ ਪਰਹੇਜ਼ ਦੱਸੇ ਸਨ। ਭਗਤਾਂ ਕੀ ਚਾਲ ਨਿਰਾਲੀ। ਜੇ ਤੂੰ ਇਸ ਮਾਰਗ ਤੇ ਤੁਰਨਾ ਹੈ, ਇਸ ਨੂੰ ਚੁਣਿਆ ਹੈ, ਤੇ ਇਹਦੇ ਪਰਹੇਜ਼ ਪਾਲਣ ਤੋਂ ਬਿਨਾਂ ਇਹ ਸਾਧਨਾ ਨਾ ਕਰ, ਕਿਉਂਕਿ ਪਰਹੇਜ਼ ਤੋਂ ਬਿਨਾਂ ਇਹ ਸਾਧਨਾ ਕੁਝ ਨਹੀਂ ਸਵਾਰ ਸਕਦੀ। ਮਨੁੱਖ ਫਿਰ ਉੱਥੇ ਉਸੇ ਖੱਡ ਵਿੱਚ ਜਾ ਡਿੱਗਦਾ ਹੈ। ਇਸ ਲਈ ਇਹ ਰਸਤਾ ਹੈ ਆਪਣੇ ਆਪ ਨੂੰ ਸਾਫ਼ ਕਰਨ ਦਾ, ਆਪਣੇ ਆਪੇ ਵਿਚਾਰਾਂ ਤੋਂ ਖਾਲੀ ਕਰਨ ਦਾ, ਆਪਣੀਆਂ ਆਵਾਜ਼ਾਂ ਨੂੰ ਖਤਮ ਕਰਨ ਦਾ। ਤੇ ਜਿਉਂ-ਜਿਉਂ ਵਿਚਾਰ ਨਿਕਲਦੇ ਜਾਣ, ਮਨੁੱਖ ਦਾ ਮਨ ਥੋੜਾ ਜਿਹਾ ਹਲਕਾ ਮਹਿਸੂਸ ਕਰੇ, ਥੋੜਾ ਜਿਹਾ ਉਹਦੇ ਅੰਦਰ ਸਫਾਈ ਸ਼ੁਰੂ ਹੋ ਜਾਏ, ਤੇ ਸਹਿਜੇ ਸਹਿਜੇ ਫਿਰ ਸਹੀ ਆਵਾਜ਼ ਜਿਹੜੀ ਹੈ, ਆਪਣੀ ਆਵਾਜ਼, ਇਹ ਜਿਹੜੀ ਅਨਹਦ ਨਾਦ ਕਹਿ ਰਹੇ ਨਾ ਗੁਰੂ ਅਮਰਦਾਸ ਜੀ, ਇਹਨੂੰ ਦੂਜੇ ਲਫ਼ਜ਼ਾਂ ਵਿੱਚ ਆਪਾਂ ਕਹਿੰਦੇ ਆ ਜਮੀਲ ਦੀ ਆਵਾਜ਼, ਸਾਡੀ ਆਪਣੀ ਆਵਾਜ਼। ਆ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ, ਸਾਡੀਆਂ ਆਵਾਜ਼ਾਂ ਥੋੜੀ ਨੇ, ਇਹ ਤੇ ਬਾਹਰੋਂ ਸੁਣੀਆਂ ਨੇ, ਵਾਪਸ ਆ ਰਹੀਆਂ ਨੇ। ਇਹ ਸਾਡੀ ਆਪਣੀ ਆਵਾਜ਼। ਇਹਦੇ ਵਿੱਚ ਜਿੱਦਣ ਆਪਣੀ ਆਵਾਜ਼ ਸੁਣੀ ਚ ਗਈ ਇੱਕ ਵਾਰੀ, ਉਹਨੂੰ ਕਿਹਾ ਕਲਗੀਧਰ ਪਾਤਸ਼ਾਹ ਨੇ, ਏਕ ਚੇਤ ਜੇ ਇੱਕ ਛਿਣ ਧਿਆਇਓ, ਕਾਲ ਫਾਂਸ ਕੇ बीच ਨਾ ਆਇਓ। ਇਹ ਆਵਾਜ਼ ਸਾਡੀ ਨਹੀਂ, ਇਹ ਸਾਰੇ ਵਿਚਾਰ, ਇਹ ਸਾਰੇ ਖਿਆਲ, ਇਹ ਸਾਰੀਆਂ ਵਿਚਾਰਾਂ ਬਾਹਰੋਂ ਭਰੀਆਂ ਗਈਆਂ ਨੇ, ਔਰ ਉਹ ਹੀ ਉੱਪਰ ਤਰ ਰਹੀਆਂ ਨੇ। ਜਦੋਂ ਅਸੀਂ ਵਿਚਾਰ ਕਰਨੇ ਆ, ਬੋਲਨੇ ਆ, ਤੇ ਉਹ ਹੀ ਵਾਪਸ ਆ ਜਾਂਦੀਆਂ। ਇਸ ਕਰਕੇ ਉਹ ਫਿੱਕੀਆਂ ਜਿਹੀਆਂ ਮਰੀਆਂ ਹੋਈਆਂ ਆਵਾਜ਼ਾਂ, ਉਹਨਾਂ ਵਿੱਚੋਂ ਕੋਈ ਜੀਵਨ ਨਹੀਂ ਲੱਭਦਾ। ਉਹਦਾ ਕੀ ਕਾਰਨ? ਉਹਨਾਂ ਨੂੰ ਅਸੀਂ ਤੇ ਜਨਮ ਦਿੱਤਾ ਹੀ ਨਹੀਂ, ਉਹ ਤੇ ਬਾਹਰੋਂ ਗੋਦ ਲਈਆਂ ਸਨ ਸਾਰੀਆਂ ਆਵਾਜ਼ਾਂ, ਉਧਾਰੀਆਂ ਲਈਆਂ ਸਨ ਕਿਸੇ ਤੋਂ, ਇਸ ਲਈ ਬੇਹੀਆਂ ਹੋ ਗਈਆਂ, ਬੇਕਾਰ ਹੋ ਗਈਆਂ। ਪਰ ਜਦੋਂ ਇਹ ਸਾਰੀਆਂ ਆਵਾਜ਼ਾਂ ਸਹਿਜੇ ਸਹਿਜੇ ਗੁਰੂ ਕੀ ਆਵਾਜ਼, ਇੱਕੋ ਹੀ ਤਰੀਕਾ ਹੈ, ਕੰਡੇ ਨੂੰ ਕੰਡਾ ਹੀ ਕੱਢ ਸਕਦਾ ਹੈ, ਆਵਾਜ਼ਾਂ ਨੂੰ ਆਵਾਜ਼ ਹੀ ਕੱਢ ਸਕਦੀ ਹੈ, ਜਿਹੜੀਆਂ ਅੰਦਰ ਸਾਡੇ ਖਿਆਲ ਪੈ ਨਾ। ਇਸ ਲਈ ਗੁਰ ਕੀ ਮਤ ਤੂੰ ਲੈ ਇਆਣੇ, ਆਪਣੇ ਵਿਚਾਰਾਂ ਨੂੰ ਖਤਮ ਕਰਨ ਵਾਸਤੇ ਗੁਰੂ ਕੇ ਵਿਚਾਰ ਸੁਣ। ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਵਿਚਾਰਾਂ ਨੂੰ ਵਿਚਾਰ ਹੀ ਕੱਟਦਾ ਹੈ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਦੇ ਅਰਥ ਕੀ ਨੇ? ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਉਹਦਾ ਕੀ ਕਾਰਨ ਹੈ? ਵਿਚਾਰ ਸੁਣਨ ਦਾ ਕਿਉਂ ਲਾਭ ਹੈ? ਵਿਚਾਰ ਦੇ ਕੀ ਅਰਥ ਨੇ? ਭਾਵੇਂ ਉਹ ਵਿਚਾਰ ਪਹਿਲਾਂ ਆਉਂਦੇ ਵੀ ਹੋਣ, ਇਹ ਖਿਆਲ ਰੱਖਣਾ। ਜੇ ਗੁਰੂ ਨੇ ਕਿਰਪਾ ਕੀਤੀ ਹੈ ਨਾ ਵੀ ਵਿਚਾਰ ਸੁਣਨ ਦਾ ਸ਼ੌਂਕ ਮਨ ਵਿੱਚ ਜਾਗ ਗਿਆ ਹੈ, ਤੇ ਇੱਕ ਗੱਲ ਖਿਆਲ ਵਿੱਚ ਜ਼ਰੂਰ ਰੱਖਣਾ, ਵਿਚਾਰ ਮਨੁੱਖ ਨੂੰ ਜਿਹੜੇ ਆਉਂਦੇ ਹੋਣ, ਉਹਨਾਂ ਦੇ ਸੁਣਨ ਦਾ ਵੀ ਫਾਇਦਾ ਹੈ, ਪਰਤ ਕੇ, ਮੁੜ ਕੇ। ਇਹ ਸਮਝ ਦੀ ਦੁਨੀਆ ਤੇ ਇਹਨੂੰ ਇਨਕਾਰ ਕਰੇਗੀ। ਸਮਝਦਾਰ ਲੋਕ ਕਈ ਆਉਂਦੇ ਨਾ ਗੁਰੂ ਕੋਲ, ਤੇ ਉਹ ਕਥਾ ਦੇ ਸੰਬੰਧ ਵਿੱਚ ਕਹਿੰਦੇ, ਇਹ ਕਥਾ ਤੇ 50 ਸਾਲ ਤੋਂ ਸੁਣ ਰਹੇ ਆ, ਉਹੀ ਕਥਾ ਹੈ, 50 ਸਾਲ ਤੋਂ ਸੁਣ ਰਹੇ ਆ। ਇਹ ਸਮਝਦਾਰੀ ਦੀ ਗੱਲ ਤਾਂ ਹੈ, ਚੰਗੀ ਹੈ, ਬੁੱਧੀਮਾਨ ਵਿਅਕਤੀ ਹੈ ਜਿਹੜਾ ਕਹਿ ਰਿਹਾ, ਪਰ ਉਹਨੂੰ ਇਹ ਪਤਾ ਨਹੀਂ ਵੀ ਇਹ ਕੋਈ ਸਮਝਣ ਵਾਲੀ ਗੱਲ ਨਹੀਂ। ਇਹ ਕਥਾ 50 ਸਾਲਾਂ ਤੋਂ ਸੁਣ ਰਹੇ ਹਾਂ, ਤੇ ਵਿਚਾਰ ਵੀ ਤੇ 50 ਸਾਲਾਂ ਤੋਂ ਆਪਾਂ ਉਹੀ ਪੈਦਾ ਕਰ ਰਹੇ ਹਾਂ ਜਿਹੜੇ ਅੱਜ ਪੈਦਾ ਹੋ ਰਹੇ ਨੇ। ਵਿਚਾਰ ਕਿਹੜੇ ਨਵੇਂ ਆ ਗਏ ਅੰਦਰ? ਜੇ ਅਸੀਂ ਇਹ ਵਿਚਾਰ 10 ਸਾਲ ਤੋਂ ਸੁਣ ਰਹੇ ਹਾਂ,
ਤੇ ਅੱਜ ਤੋਂ 10 ਸਾਲ ਪਹਿਲਾਂ ਜਿਹੜੀਆਂ ਸਾਡੀਆਂ ਹੁਣ ਵਿਚਾਰਾਂ ਨੇ, ਇਹ 10 ਸਾਲ ਪਹਿਲਾਂ ਵਿਚਾਰਾਂ ਸਨ। ਉਹਨਾਂ ਵਿਚਾਰਾਂ ਨੂੰ ਸ਼ਾਂਤ ਕਰਨ ਵਾਸਤੇ ਵਿਚਾਰ ਹੁੰਦੀ ਹੈ, ਉਹਨਾਂ ਨੂੰ ਕੱਟਣ ਵਾਸਤੇ, ਕਿ ਨਾਲੋਂ ਨਾਲ ਰੋਜ਼ ਥੋੜੀ ਥੋੜੀ ਘਟਦੀ ਰਹੇ। ਮਨੁੱਖ ਦਾ ਜਿਹੜਾ ਸੁਭਾਅ ਹੈ ਹੌਲਾ ਹੁੰਦਾ ਰਹੇ, ਉਹਨੂੰ ਸਹਾਇਤਾ ਮਿਲਦੀ ਰਹੇ ਨਾਮ ਜਪਣ ਵਿੱਚ। ਇਸ ਲਈ ਵਿਚਾਰ ਦੀ ਲੋੜ ਤਾਂ ਪੈਂਦੀ ਹੈ ਆਪਣੀ ਵਿਚਾਰਧਾਰਾ ਨੂੰ ਤੋੜਨ ਵਾਸਤੇ, ਆਪਣੇ ਸ਼ਬਦਾਂ ਨੂੰ, ਆਪਣੀਆਂ ਜਿਹੜੀਆਂ ਜ਼ਿਆਦਾ ਵਿਚਾਰਾਂ, ਜ਼ਿਆਦਾ ਗੱਲਾਂ, ਜਿਹੜਾ ਸਾਊਂਡ ਸਾਡੇ ਵਿੱਚ ਭਰਿਆ ਹੋਇਆ ਹੈ, ਉਹਨੂੰ ਤੋੜਨ ਵਾਸਤੇ ਤੂੰ ਗੁਰੂ ਦੀ ਆਵਾਜ਼ ਸੁਣ, ਤਾਂ ਕਿ ਤੇਰੇ ਵਿੱਚੋਂ ਇਹ ਗਲਤ ਆਵਾਜ਼ਾਂ ਖਤਮ ਹੋ ਜਾਣ ਉਸ ਆਵਾਜ਼ ਦੇ ਨਾਲ। ਤੇ ਜਦੋਂ ਇਹ ਦੋਵੇਂ ਆਪਸ ਵਿੱਚ ਖਹਿ ਕੇ ਗੁਰੂ ਕਾ ਸ਼ਬਦ ਮਨ ਦੀਆਂ ਆਵਾਜ਼ਾਂ ਨੂੰ, ਵਿਚਾਰਾਂ ਨੂੰ ਖਤਮ ਕਰ ਦੇਗਾ, ਜਦੋਂ ਅੰਦਰ ਖਾਲੀ ਹੋ ਜਾਏਗਾ, ਜਦੋਂ ਬਿਲਕੁਲ ਸਾਰੀਆਂ ਵਿਚਾਰਾਂ ਨਿਕਲ ਜਾਣਗੀਆਂ, ਉਸ ਵਕਤ ਫਿਰ ਦੋ ਚੀਜ਼ਾਂ ਪੈਦਾ ਹੋਣਗੀਆਂ, ਇੱਕ ਸ਼ਬਦ ਵਿਚਾਰ, ਇੱਕ ਸ਼ਬਦ ਦੀ ਆਵਾਜ਼। ਇਹ ਦੋ ਚੀਜ਼ਾਂ, ਵਿਚਾਰ ਤੇ ਆਵਾਜ਼ ਜਿੱਥੇ ਮਿਲ ਗਈ ਉੱਥੇ ਜੀਵਨ ਸ਼ੁਰੂ ਹੋ ਗਿਆ। ਦੋ ਚੀਜ਼ਾਂ ਬੜੀਆਂ ਮਹਿੰਗੀਆਂ ਨੇ, ਹੋਰ ਸਾਰਾ ਕੁਝ ਮਿਲ ਜਾਂਦਾ ਹੈ। ਸੰਸਾਰ ਦੇ ਵਿੱਚੋਂ ਰਿੱਧੀਆਂ ਸਿੱਧੀਆਂ ਤਾਕਤਾਂ, ਵਰ ਸਰਾਪ ਦੇਣੇ ਬੜੇ ਸੌਖੇ ਨੇ, ਉਹ ਥੋੜੇ ਸਮੇਂ ਵਿੱਚ ਮਿਲ ਜਾਂਦੇ ਨੇ। ਪਰ ਰੱਬ ਕਿਰਪਾ ਕਰੇ, ਸ਼ਬਦ ਵਿਚਾਰ ਤੇ ਸ਼ਬਦ ਦੀ ਆਵਾਜ਼, ਇਹ ਦੋਵੇਂ ਰਲਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ। ਜਿੱਥੋਂ ਇਹ ਦੋਵੇਂ ਚੀਜ਼ਾਂ ਇਕੱਠੀਆਂ ਹੋ ਗਈਆਂ, ਉੱਥੇ ਜੀਵਨ ਸ਼ੁਰੂ ਹੋ ਗਿਆ, ਉੱਥੋਂ ਸੱਚ ਦੀ ਸ਼ੁਰੂਆਤ ਹੁੰਦੀ ਹੈ। ਇਸ ਲਈ ਮਨੁੱਖ ਦੀ ਆਪਣੀ ਆਵਾਜ਼, ਅਸੀਂ ਆਪਣੀ ਆਵਾਜ਼ ਅਜੇ ਤੱਕ ਸਰਵਨ ਨਹੀਂ ਕੀਤੀ ਗੁਰਬਾਣੀ ਅਨੁਸਾਰ। ਉਹਦੇ ਉੱਤੇ ਹੋਰ ਬਾਹਰੋਂ ਕੀਤੇ ਹੋਏ ਜਿਹੜੇ ਕਰਮ ਨੇ, ਕਰਮ ਦੀ ਵਿਚਾਰ ਬਣਦੀ, ਜਿਹੜੇ ਕਰਮ ਕਰਨੇ ਉਹਦੀਆਂ ਵਿਚਾਰਾਂ ਅੰਦਰ ਇਕੱਠੀਆਂ ਹੋ ਜਾਂਦੀਆਂ ਨੇ, ਉਹ ਹੀ ਪਰਤ ਕੇ ਗੂੰਜਦੀਆਂ ਰਹਿੰਦੀਆਂ ਨੇ। ਥੱਲੇ ਵਾਲਾ ਪਾਣੀ ਤਾਂ ਆਉਂਦਾ ਹੀ ਨਹੀਂ। ਜਿਵੇਂ ਕਿਸੇ ਖੂਹ ਦੇ ਵਿੱਚ ਆਲਿਓਂ ਦੁਆਲਿਓਂ ਛੱਪੜੀਆਂ ਦਾ, ਮੀਂਹ ਦਾ ਪਾਣੀ ਸੋਮੇ ਬਣ ਕੇ ਥੱਲੇ ਜਾਂਦਾ ਰਹੇ, ਉਹ ਹੀ ਲੋਕ ਕੱਢ ਕੇ ਪੀਂਦੇ ਰਹਿਣ। ਪਰ ਥੱਲੇ ਵਾਲਾ ਪਾਣੀ ਤੇ ਤਾਂ ਆਏਗਾ ਜੇ ਉਸ ਖੂਹ ਨੂੰ ਬਹੁਤ ਡੂੰਘਾ ਕੀਤਾ ਜਾਏ, ਬਹੁਤ ਡੂੰਘਾ ਕੀਤਾ ਜਾਏ, ਤੇ ਉੱਪਰ ਵਾਲਾ ਪਾਣੀ ਬਾਹਰ ਨਿਕਲ ਜਾਏ, ਗੰਦਾ ਪਾਣੀ, ਤੇ ਫਿਰ ਨਿਰਮਲ ਨੀਵਾਂ ਪਾਣੀ ਸਾਨੂੰ ਮਿਲੇਗਾ। ਇਸ ਲਈ ਸਤਿਗੁਰੂ ਅੱਜ ਦੇ ਬਚਨਾਂ ਵਿੱਚ ਜਿਹੜੀ ਕਿਰਪਾ ਕਰ ਰਹੇ ਨੇ, ਉਹਦੇ ਵਿੱਚ ਮਨੁੱਖ ਨੂੰ ਕਿਉਂ ਨਹੀਂ ਸੁਣੀ ਜਾਂਦੀ ਇਹ ਆਵਾਜ਼, ਇਹਦੇ ਕੁਝ ਕਾਰਨ ਮੈਂ ਕਹਿ ਕੇ ਸਮਾਪਤੀ ਵਾਲੇ ਪਾਸੇ ਜਾਵਾਂ। ਸਤਿਗੁਰੂ ਕਹਿੰਦੇ ਤੇਰੇ ਜੀਵਨ ਵਿੱਚ ਪ੍ਰਭੂ ਨੇ ਇੱਕ ਕੋਈ ਸਾਜ਼ ਰੱਖਿਆ ਹੋਇਆ, ਬਾਜਾ ਪਿਆ ਹੋਇਆ ਅੰਦਰ। ਇਹ ਜੀਵਨ ਇੱਕ ਸਾਜ਼ ਦਾ ਰੂਪ ਹੈ, ਇੱਕ ਬੰਸਰੀ ਵਰਗਾ ਹੈ। ਉਹਦੇ ਵਿੱਚ ਵੱਜਣ ਦੀ ਸੰਭਾਵਨਾ ਵੀ ਹੈ, ਉਹਦੇ ਵਿੱਚ ਛੇਕ ਵੀ ਨਿਕਲੇ ਹੋਏ ਨੇ 5, ਕਿਉਂਕਿ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਪਰ ਉਹ ਵੱਜਦੀ ਕਿਉਂ ਨਹੀਂ? ਉਹ ਬੰਸਰੀ ਵਿਚਾਰੀ ਪਈ ਏ ਬੜੇ ਚਿਰ ਦੀ, ਉੱਤੇ ਉਹਦੇ ਧੂੜ, ਮਿੱਟੀ, ਕਬਾੜ, ਵਿਕਾਰ, ਆਪਣੀ ਮੱਤ, ਹਉਮੈ, ਇਹਦੀ ਧੂੜ ਪੈਂਦੀ ਜਾ ਰਹੀ। ਔਰ ਉਸ ਧੂੜ ਨੇ ਉਹਦੀਆਂ ਜਿਹੜੀਆਂ ਉਹ ਪੋਰੀ ਦੀਆਂ ਜਿਹੜੇ ਸੁਰਾਖ ਨੇ ਉਸ ਆਵਾਜ਼ ਦੇ ਸਾਰੇ ਬੰਦ ਕਰ ਦਿੱਤੇ ਨੇ। ਤੇ ਹੁਣ ਉਹਦੇ ਵਿੱਚੋਂ ਸਾਜ਼ ਕਿਵੇਂ ਨਿਕਲੇ, ਉਹਦੇ ਵਿੱਚੋਂ ਧੁਨੀ ਕਿਵੇਂ ਨਿਕਲੇ? ਫਿਰ ਜਦੋਂ ਕੋਈ ਮਨੁੱਖ ਸਹਿਜੇ ਸਹਿਜੇ ਗੁਰੂ ਕੇ ਸ਼ਬਦ ਦੇ ਪਾਣੀ ਨਾਲ ਉਸ ਆਪਣੇ ਸਾਜ਼ ਨੂੰ ਧੋਂਦਾ ਜਾਂਦਾ ਹੈ, ਮਨ ਨੂੰ ਧੋਂਦਾ ਜਾਂਦਾ ਹੈ, ਜਦੋਂ ਉਹ ਸਾਜ਼ ਪੂਰੀ ਤਰ੍ਹਾਂ ਧੁੱਪ ਜਾਂਦਾ ਹੈ, ਉਹਦੀਆਂ ਜਿਹੜੀਆਂ ਉਸ ਬੰਸਰੀ ਦੀਆਂ ਪੋਰੀਆਂ ਨੇ, ਸੁਰਾਖ ਨੰਗੇ ਹੋ ਜਾਂਦੇ ਨੇ, ਉਹ ਵਿੱਚੋਂ ਖਾਲੀ ਹੋ ਜਾਂਦੀ ਏ, ਤੇ ਫਿਰ ਕੋਈ ਮਨੁੱਖ ਉਹਦੇ ਵਿੱਚ ਫੂਕ ਮਾਰੇ ਤੇ ਫਿਰ ਉਹਦੇ ਵਿੱਚੋਂ ਸੰਗੀਤ ਨਿਕਲਦਾ ਹੈ। ਉਹਨੂੰ ਕਿਹਾ ਸਤਿਗੁਰਾਂ ਨੇ ਵਾਜੇ ਅਨਹਦ ਤੂਰੇ। ਜਦੋਂ ਸਾਜ਼ ਸੁਰ ਹੋ ਜਾਏ, ਜਦੋਂ ਸਾਜ਼ ਧੁੱਪ ਜਾਏ ਉਹ ਬੰਸਰੀ। ਇਸ ਲਈ ਸਤਿਗੁਰੂ ਅੱਜ ਇਸ ਅਖੀਰਲੀ ਪੌੜੀ ਦੇ ਵਿੱਚ ਕਿਰਪਾ ਕਰ ਰਹੇ ਨੇ, ਅਨੰਦ ਸੁਣੋ ਵੱਡ ਭਾਗੀ ਹੋ। ਇਹ ਉਸ ਵਡਭਾਗੀ ਦੀ ਅਵਸਥਾ ਹੈ ਜਿਨੇ ਆਪਣੇ ਜੀਵਨ ਦੀ ਬੰਸਰੀ ਨੂੰ ਗੁਰੂ ਕੇ ਸ਼ਬਦ ਨਾਲ ਧੋ ਸੁੱਟਿਆ ਹੈ, ਉਹਦੀ ਮਿੱਟੀ ਕੱਢ ਦਿੱਤੀ ਹੈ। ਇਸ ਲਈ ਉਹਨਾਂ ਦੇ ਭਾਗ ਵਿੱਚ ਆਇਆ, ਉਹ ਬੜੇ ਵੱਡੇ ਭਾਗਾਂ ਵਾਲੇ ਹੋ ਗਏ, ਤੇ ਉਹਨਾਂ ਨੂੰ ਕਹਿ ਰਹੇ ਨੇ ਤੁਸੀਂ ਹੁਣ ਸੁਣਨ ਦਾ ਯਤਨ ਕਰੋ, ਅਨੰਦ ਸੁਣੋ ਵਡਭਾਗੀ ਹੋ। ਇਸ ਸੁਣਨ ਦੇ ਨਾਲ ਕੀ ਹੋਵੇਗਾ? ਜਿਹੜਾ ਇਹ ਜੀਵਨ ਦੀ ਬੰਸਰੀ ਵਿੱਚੋਂ ਸੰਗੀਤ ਨਿਕਲੇਗਾ। ਕਹਿਣ ਲੱਗੇ ਹੁਣ ਤੱਕ ਤੁਸੀਂ ਬਾਹਰੋਂ ਬਹੁਤ ਪਦਾਰਥ ਇਕੱਠੇ ਕੀਤੇ ਨੇ, ਬੜਾ ਯਤਨ ਕੀਤਾ ਕਿ ਮਨੋਰਥ ਪੂਰੇ ਹੋ ਜਾਣ, ਪਰ ਨਹੀਂ ਹੋਏ, ਵਿੱਚ ਹੀ ਅੜੇ ਹੋਏ ਨੇ।
ਸਾਰਿਆਂ ਦੇ ਮਨੋਰਥ ਵਿੱਚ ਹੀ ਖੜੇ ਨੇ, ਕੋਈ ਮਨੋਰਥ ਪੂਰਾ ਨਹੀਂ ਹੋਇਆ। ਜੇ ਕਿਸੇ ਦਾ ਹੋ ਵੀ ਗਿਆ ਤੇ ਉਹ ਫਿਰ ਅੰਦਰੋਂ ਦੁਖੀ ਹੈ। ਕਹਿਣ ਲੱਗੇ ਜਿੱਦਣ ਇਹ ਤੂੰ ਸੰਗੀਤ ਸੁਣਿਆ ਨਾ ਆਪਣੇ ਅੰਦਰੋਂ, ਸਗਲ ਮਨੋਰਥ ਪੂਰੇ, ਤੇਰੇ ਸਾਰੇ ਮਨੋਰਥ ਪੂਰੇ ਹੋ ਜਾਣਗੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਵਿਸੂਰੇ ਦਾ ਅਰਥ ਝੋਰੇ, ਝੁਰਨਾ, ਪਛਤਾਉਂਦੇ ਰਹਿਣਾ। ਕਿਉਂਕਿ ਹੈ ਤਾਂ ਪਛਤਾਵਾ ਹੀ। ਜਿੰਨਾ ਚਿਰ ਕੋਈ ਕਰਮ ਨਹੀਂ ਕੀਤਾ ਉਹਨਾਂ ਚਿਰ ਉਤਸ਼ਾਹ, ਜਦੋਂ ਕਰ ਲਿਆ ਉਦੋਂ ਪਛਤਾਵਾ। ਇਹ ਦੋ ਹੀ ਚੀਜ਼ਾਂ ਨੇ ਸੰਸਾਰ ਵਿੱਚ। ਸੰਸਾਰ ਦੇ ਪਦਾਰਥ ਦੀ ਸ਼ੁਰੂਆਤ ਉਤਸ਼ਾਹ ਤੋਂ ਹੁੰਦੀ ਹੈ, ਖੁਸ਼ੀ ਤੋਂ, ਉਹਦੀ ਸਮਾਪਤੀ ਸੋਗ ਤੇ ਹੁੰਦੀ ਹੈ। ਇਹ ਦੋ ਚੀਜ਼ਾਂ ਜੁੜੀਆਂ ਹੋਈਆਂ ਨੇ, ਭੋਗ ਔਰ ਸੋਗ, ਦੋਵੇਂ ਇਕੱਠੀਆਂ ਨੇ। ਜਿੱਥੇ ਭੋਗ ਹੈ ਉਹ ਭੋਗ ਨਹੀਂ, ਸੋਗ ਉਹਦੇ ਵਿੱਚ ਲੁਕ ਕੇ ਬੈਠਾ ਹੋਇਆ, ਪ੍ਰਗਟ ਹੋ ਜਾਏਗਾ। ਉਹ ਭੋਗ ਸਿਰਫ ਉਹਨਾਂ ਚਿਰ ਭੋਗ ਹੈ ਜਿੰਨਾ ਚਿਰ ਉਹਨੂੰ ਭੋਗਿਆ ਨਹੀਂ। ਜਦੋਂ ਉਹਨੂੰ ਭੋਗ ਲਿਆ, ਭੋਗ ਪਾਸੇ ਹੋ ਜਾਏਗਾ, ਸੋਗ ਸਾਹਮਣੇ ਆ ਜਾਏਗਾ। ਇਸ ਲਈ ਇਹ ਦੋ ਚੀਜ਼ਾਂ ਜੁੜੀਆਂ ਹੋਈਆਂ ਨੇ, ਭੋਗ ਤੇ ਸੋਗ। ਔਰ ਸੋਗ ਦੇ ਨਾਲ ਫਿਰ ਤੀਸਰਾ ਜੁੜਿਆ ਹੈ ਰੋਗ। ਇਹ ਤਿੰਨ ਚੀਜ਼ਾਂ ਇਕੱਠੀਆਂ ਰਹਿੰਦੀਆਂ ਨੇ। ਇਹ ਬੜੀ ਅਜੀਬ ਪਰਮਾਤਮਾ ਵੱਲੋਂ ਬਣਾਈ ਹੋਈ ਇੱਕ ਖੇਡ ਹੈ। ਤੇ ਕਈਆਂ ਨੇ ਤੇ ਵੇਖ ਲਈ ਉਹ ਰੱਬ ਨੂੰ ਇਹ ਵੀ ਕਹਿੰਦੇ ਵੀ ਤੂੰ ਬਣਾਇਆ ਕੀ ਹੋਇਆ, ਜਾਂ ਦਾ ਤੂੰ ਸੰਸਾਰ ਇਸ ਤਰ੍ਹਾਂ ਦਾ ਇੰਨਾ ਖਿੱਚਦਾਇਕ, ਤੇ ਫਿਰ ਉਹਦੇ ਵਿੱਚੋਂ ਘੱਟੋ ਘੱਟ ਸੋਗ ਤੇ ਨਾ ਨਿਕਲੇ। ਇਸ ਕਰਕੇ ਬੜੀ ਅਜੀਬ ਖੇਡ ਹੈ। ਭੋਗ ਦੀ ਸ਼ੁਰੂਆਤ ਰੋਗ ਤੇ ਜਾ ਕੇ ਖਤਮ ਹੁੰਦੀ ਹੈ। ਸਤਿਗੁਰੂ ਕਹਿੰਦੇ ਪਰ ਜਿਨ੍ਹਾਂ ਨੇ ਇਹ ਵਾਹਿਗੁਰੂ ਦੀ ਧੁਨੀ ਨੂੰ ਸੁਣ ਲਿਆ, ਉਤਰੇ ਸਗਲ ਵਿਸੂਰੇ, ਪਛਤਾਉਣਗੇ ਕਿਉਂ? ਕਿਉਂਕਿ ਮਨੋਰਥ ਪੂਰੇ ਹੋ ਗਏ। ਫਿਰ ਸਾਹਿਬ ਕਹਿੰਦੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਦੋਂ ਉਸ ਬਾਣੀ ਨੂੰ, ਉਸ ਸੰਗੀਤ ਨੂੰ, ਗੁਰੂ ਕੇ ਉਪਦੇਸ਼ ਨੂੰ ਸੁਣਿਆ ਤੇ ਜੀਵਨ ਦੇ ਵਿੱਚੋਂ ਦੁੱਖ ਰੋਗ ਤੇ ਸੰਤਾਪ ਪੀੜਾ ਇਹ ਸਾਰੇ ਚਲੇ ਗਏ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਪਰ ਇਹ ਜਿਹੜੀ ਬਾਣੀ ਹੈ ਪੂਰੇ ਗੁਰ ਤੋਂ ਜਾਣੀ ਜਾ ਸਕਦੀ ਹੈ। ਐਸੇ ਸੰਤ ਜਨ, ਐਸੇ ਗੁਰਮੁਖ ਸਰਸ ਗਏ। ਭੈ ਸਰਸੇ, ਸਰਸੇ ਦਾ ਅਰਥ ਹੈ ਰਸ ਸਮੇਤ। ਸਰਸੇ ਦਾ ਅਰਥ ਹੈ ਖਿੜ ਗਏ। ਇਹ ਸ਼ਬਦ ਸਰਸੋਂ ਤੋਂ ਬਣਿਆ। ਜਿਵੇਂ ਆਪਾਂ ਸਰੋਂ ਕਹਿੰਦੇ ਹਾਂ, ਸਰੋਂ ਦੇ ਫੁੱਲ ਖਿੜਦੇ ਨੇ। ਇਹ ਕਿਸੇ ਸ਼ਹਿਰ ਦਾ ਨਾਮ ਨਹੀਂ, ਕਿਤੇ ਕੋਈ ਭਰਮ ਵਿੱਚ ਪਾਈ ਜਾਏ ਕਿ ਸਰਸੇ ਵਿੱਚ ਸੰਤ ਰਹਿੰਦੇ ਨੇ। ਸਰਸੇ ਦਾ ਅਰਥ ਹੈ ਸਰੋਂ ਵਾਂਗੂ ਖਿੜ ਗਏ। ਉਹਨਾਂ ਦਾ ਜੀਵਨ ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ, ਸੁਣਤੇ ਦਾ ਅਰਥ ਹੈ ਸਰਵਨ, ਕੰਨ ਪਵਿੱਤਰ ਹੋ ਗਏ। ਕਹਤੇ ਪਵਿੱਤ, ਉਹਨਾਂ ਦੀ ਰਸਨਾ ਪਵਿੱਤਰ ਹੋ ਗਈ। ਸਤਿਗੁਰ ਰਹਾ ਭਰ ਪੂਰੇ, ਭਰ ਪੂਰੇ ਦਾ ਅਰਥ ਹੈ ਭਰਿਆ ਹੋਇਆ, ਸਮਾਇਆ ਹੋਇਆ। ਤੇ ਉਹਨਾਂ ਦੇ ਸਾਰੇ ਸਰੀਰ ਦੇ ਵਿੱਚ ਪਰਮਾਤਮਾ ਸਮਾਇਆ ਹੋਇਆ, ਭਰਿਆ ਗਿਆ, ਉਹਨਾਂ ਨੂੰ ਦਿਸ ਗਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਹੱਦ ਤੋਂ ਰਹਿਤ ਵਾਜੇ। ਉਹ ਸੰਗੀਤ ਜਿਹਦੀ ਕੋਈ ਹੱਦ ਨਹੀਂ, ਗੁਰੂ ਦੇ ਚਰਨਾਂ ਦੇ ਨਾਲ ਜੁੜਦਿਆਂ ਮਿਲੀ। ਇਸ ਬਾਣੀ ਦੀ 40 ਪੌੜੀਆਂ ਦੀ ਇੱਥੇ ਸਮਾਪਤੀ ਹੈ। ਬਾਕੀ ਦੇ ਜੋ ਦਿਨ ਬਚੇ ਨੇ, ਅਪ੍ਰੈਲ ਵਿੱਚ ਮੇਰੇ ਖਿਆਲ ਵਿੱਚ 14 ਜਾਂ 15 ਦਿਨ ਹੋਣਗੇ। ਅਪ੍ਰੈਲ ਦਾ ਮਹੀਨਾ ਜਿਹੜੀ ਆਪ ਸੰਗਤਾਂ ਨੇ ਸੇਵਾ ਲਾਈ ਹੈ, ਉਹਦੇ ਵਿੱਚ 12ਵਾਂ ਮਾਝ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਉਹਦੀਆਂ ਭਾਵੇਂ 12 ਮਹੀਨਿਆਂ ਦੀ ਉਹਦੇ ਵਿੱਚ ਵਿਆਖਿਆ ਹੈ, ਪਰ ਉਹਦੇ ਸ਼ਲੋਕ 14 ਹਨ। 2 ਸ਼ਲੋਕ ਜਿਹੜੇ ਨੇ ਉਹ ਵੱਖਰੇ ਨੇ। 12 ਮਹੀਨਿਆਂ ਦੀ ਵਿਚਾਰ, ਇੱਕ ਸ਼ਲੋਕ ਪਹਿਲਾਂ ਹੈ, ਇੱਕ ਅਖੀਰ ਤੇ ਹੈ। ਸੋ ਆਉਣ ਵਾਲੇ ਜਿਹੜੇ 14-15 ਦਿਨ ਬਚੇ ਨੇ ਅਪ੍ਰੈਲ ਦੇ, ਜੋ ਸਮਾਂ ਸਾਡੇ ਕੋਲ ਹੈ, ਉਹ ਇਹਨਾਂ 14-15 ਦਿਨਾਂ ਦੇ ਵਿੱਚ 12ਵਾਂ ਮਾਝ ਨਾਮਕ ਬਾਣੀ, ਉਹਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਏਗੀ। ਆਪ ਜੀ ਨੇ ਕਿਰਪਾ ਕਰਨੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਅੱਜ ਸ਼ੁਕਰਾਨਾ ਕਰੀਏ, ਜਿਨ੍ਹਾਂ ਨੇ ਕਿਰਪਾ ਕਰਕੇ ਇਸ ਬਾਣੀ ਦੀ ਵਿਚਾਰ ਆਪ ਕਿਰਪਾ ਕਰਕੇ ਕਰਵਾਈ ਹੈ। ਆਪ ਸੰਗਤਾਂ ਨੇ ਵੀ ਅਰਦਾਸ ਕਰਨੀ ਇਸੇ ਤਰ੍ਹਾਂ ਵਿਚਾਰ ਕਰਨ ਦੀ,
ਤਾਕਤ ਬਲ ਬੁੱਧੀ ਬਖਸ਼ਿਸ਼ ਕਰਨ। ਸਾਹਿਬ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।